प्यारे दर्शकों, आप सबनों जी आया। मैं नवदीप सिंह हफ्तावारी प्रोग्राम जिहड़ा हैगा पति तरकशील विचारां वो लैके हाज़र होया हैगा। अज मेरे नाल पिछले हफ्ते की तरह सोसाइटी के दोवें नुमाइंदे मेरे सज्जे हाथ सचदेव विधि जी और मेरे खब्बे हाथ बलवीर रत्तू जी मेरे नाल अज जुड़े रहणगे। सो अज असी इन्हां दे नाल जिहड़ी हैगी आ वो गलबात करांगे, पिछले हफ्ते तो अगे तो तौर की गल करांगे, जिहदे विच असी इन्हां तो जाणांगे कि इन्हां दी जिहड़ी सोसाइटी हैगी आ उहदे जिहड़ी पिछे सोच जिहड़ी काम की करदी हैगी आ और उस सोच नूं सोचण वाले जिहड़े सीगे कौन सीगे साडे। अगर तुसीं पिछे स्क्रीन ते देखोगे शायद मेरे सिर दे पिछे तुहानूं एक पिक्चर जिहड़ी हैगी आ वो नज़र आउंदी आ। उन्हां बारे असीं जानण दी कोशिश करांगे कि वो इंसान कौन सीगे। ये जिहड़ा साडा प्रोग्राम हैगा तरकशील विचारां, ये 5 ਤੋਂ 6 बजे हर शनिचरवार लाइव होया करूगा और तुसीं साडे नाल जुड़ सकदे आ। और असीं तकरीबन पिछले 10-15 मिनटां दे विच जिहड़ा हैगा वो तुहाडीआं कॉलां भी लवांगे। उस उन्हां कॉलां दे विच जिहड़ी हैगी आ तुसीं साडे इन्हां दोवां नुमाइंदिਆਂ ਤੋਂ तरकशील सोसाइटी के नुमाइंदिਆਂ ਤੋਂ जिहड़ा हैगा तुसीं कोई भी सवाल पुछ सकदे आ, जानकारी लै सकदे आ। और मेरी एक गुजारिश जिहड़ी हैगी आ साडे कॉलर्स नूं वो हुण तो ही ये रहूगी कि जिहड़ा तुसीं अपना जदों तुसीं कॉल करो असीं तुहानूं नंबर दस्सांगे, जदों तुसीं उस नंबर ते कॉल करो तो इन्ना तुसीं जरूर मेक श्योर करना कि जिहड़ा साडा हैगा कॉल जिहड़ी आ शॉर्ट होवे, टू द पॉइंट होवे, ढुकवीं होवे, तां कि असीं वध तो वध जिहड़े हैगे आ वो कॉलरां नूं लै सकीए। सो इहदे लई असीं तुहाडा हुण तो ही जिहड़ा हैगा वो धन्नवाद करदे हैगे आ। सो अज दे जिहड़े प्रोग्राम नूं असीं अगे तोरदे होए मैं जिहड़ा हैगा पहला सवाल वो साडे जिहड़े साथी सचदेव विधि जी हुणी हैगे आ उन्हां नूं यही करूँगा कि विधि जी तुसीं सानूं साडे दर्शकां नूं ये दसो कि जिहड़े सोसाइटी दे जिहड़े मुख आदेश हैगे आ उहदे विच हो सकदा तुहाडे 10 आदेश भी होण, पर जिन्हां नूं तुसीं मुख तौर ते जिहड़ा हैगा जिन्हां ते काम कीता हुण तक पिछले 20 सालां तो जदों दी सोसाइटी होंद विच आई आ, वो किहड़े जिहड़े हैगे आ ਉਹ ਮੁੱਖ ਆਦੇਸ਼ ਹੈਗੇ ਆ। ਫਿਰ ਆਪਾਂ ਇਹਨਾਂ ਦੇ ਬਾਰੇ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਹੋਰ ਵਿਸਥਾਰ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਜਿਹੜੀ ਆ ਉਹ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਨਵਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਤੁਸੀਂ ਕਾਂਸ਼ੀ ਟੀਵੀ ਦੇ ਦਰਸ਼ਕਾਂ ਨਾਲ ਸਾਡੀ ਤਰਕਸ਼ੀਲ ਵਿਚਾਰਾਂ ਦੇ ਪ੍ਰੋਗਰਾਮ ਵਿੱਚ ਸਾਂਝ ਪਵਾ ਰਹੇ ਹੈਗੇ ਜੀ। ਤੇ ਮੈਂ ਇਹ ਸਮਝਦਾ ਕਿ ਇਹ ਸਾਡੇ ਲਈ ਤੇ ਸਾਡੇ ਸਮਾਜ ਲਈ ਇੱਕ ਜਿਹੜਾ ਦਿਸ਼ਾ ਹੋਏਗੀ ਵੀ ਸਾਨੂੰ ਕਿੱਦਾਂ ਜ਼ਿੰਦਗੀ ਵਿੱਚ ਸੋਚਣਾ ਚਾਹੀਦਾ, ਤਰਕਸ਼ੀਲ ਸੁਸਾਇਟੀ ਕੀ ਕਰਦੀ ਹੈ, ਕਿਵੇਂ ਕਰਦੀ ਹੈ, ਤੇ ਇਹਨੂੰ ਆਪਾਂ ਜਿਹੜਾ ਹੈ ਉਹ ਸਾਂਝਾ ਕਰਾਂਗੇ ਦਰਸ਼ਕਾਂ ਨਾਲ ਜੀ। ਤੇ ਜਿਵੇਂ ਤੁਸੀਂ ਕਿਹਾ ਵੀ ਅਸੀਂ ਸਾਡੇ ਮੇਨ ਉਦੇਸ਼ ਕੀ ਹੈਗੇ ਆ। ਹਾਂਜੀ, ਮੇਨ ਆਦੇਸ਼ ਜਿਹੜਾ ਸਭ ਤੋਂ ਮਤਲਬ ਜਿਹੜਾ ਮੇਨ ਸਾਡਾ ਆਦੇਸ਼ ਹੈ ਉਹ ਹੈ ਕਿ ਅਸੀਂ ਮਤਲਬ ਵਧੀਆ ਸਮਾਜ ਬਣਾਉਣਾ ਹੈ ਜੀ। ਉਹ ਵਧੀਆ ਸਮਾਜ ਬਣਾਉਣ ਲਈ ਸਾਨੂੰ ਕਿਹੜੇ ਢੰਗ ਤਰੀਕੇ ਵਰਤਣ ਦੀ ਲੋੜ ਹੈ ਔਰ ਵਧੀਆ ਸਮਾਜ ਜਿਹੜਾ ਹੈ ਉਹ ਅਸੀਂ ਕਿਹਨੂੰ ਕਹਿੰਦੇ ਹਾਂ, ਸਿਹਤਮੰਦ ਸਮਾਜ ਅਸੀਂ ਕਿਹਨੂੰ ਕਹਿੰਦੇ ਹਾਂ। ਅਸੀਂ ਕਹਿੰਦੇ ਹਾਂ ਮਾਨਸਿਕ ਸਿਹਤ, ਸਰੀਰਕ ਸਿਹਤ, ਸਮਾਜਿਕ ਸਿਹਤ ਜੀ। ਤੇ ਇਹਦੇ ਨਾਲ ਸਾਇੰਸ ਦਾ ਰੋਲ ਸਾਡੇ ਸਮਾਜ ਵਿੱਚ ਕੀ ਹੈ ਤੇ ਸਾਡੇ ਸਮਾਜ ਦੇ ਵਿੱਚ ਅਸਲ ਵਿੱਚ ਅਸੀਂ ਅੱਜ ਦੇ ਟਾਈਮ ਵਿੱਚ ਵੀ ਖੜੇ ਕਿੱਥੇ ਹੈਗੇ ਆ ਤੇ ਸੁਸਾਇਟੀ ਉਹਨੂੰ ਕਿਵੇਂ ਜਿਹੜਾ ਫੋਰਵਰਡ ਕਰਨ 'ਚ ਰੋਲ ਕਰ ਰਹੀ ਹੈਗੀ ਆ ਜੀ। ਤੇ ਉਹਦੇ ਵਿੱਚ ਮਤਲਬ ਸਾਇੰਸਦਾਨਾਂ ਦਾ ਕੀ ਰੋਲ ਆ ਅੱਜ ਤੱਕ ਜੋ ਮਤਲਬ ਜੱਕੇ ਤੋਂ ਜਹਾਜ਼ ਤੱਕ ਦਾ ਸਫ਼ਰ ਹੈ ਉਹਦੇ ਵਿੱਚ ਸਾਇੰਸ ਦਾ ਕੀ ਰੋਲ ਆ ਔਰ ਅਸੀਂ ਸਾਇੰਸਦਾਨਾਂ ਨੂੰ ਆਪਣੇ ਸਮਾਜ ਵਿੱਚ ਜਾਂ ਆਪਣੇ ਤੌਰ ਤੇ ਉਹਨਾਂ ਨੂੰ ਮਤਲਬ ਕਿਵੇਂ ਦੇਖਦੇ ਆ ਜਾਂ ਉਹਨਾਂ ਨੂੰ ਬਣਦਾ ਰਿਸਪੈਕਟ ਜਾਂ ਡਿਊ ਰਿਸਪੈਕਟ ਦਿੰਦੇ ਹੈਗੇ ਆ ਜੀ। ਤੇ ਇਹਦੇ ਲਈ ਅਸੀਂ ਜਿਹੜਾ ਮਤਲਬ ਸਿਹਤ ਨੂੰ ਸਾਨੂੰ ਮੇਰੇ ਖਿਆਲ ਜਿਹੜਾ ਸਭ ਤੋਂ ਅਹਿਮ ਹੈ ਕਿ ਜਿਹੜਾ ਸਿਹਤਮੰਦ ਸਮਾਜ ਵਾਸਤੇ ਸਾਨੂੰ ਸਿਹਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੀ ਜੀ। ਜਿੱਦਾਂ ਆਪਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜਿਹੜੀ ਸਿਹਤ ਬਾਰੇ ਡੈਫੀਨੇਸ਼ਨ ਆ ਜੇ ਆਪਾਂ ਉਹ ਤੋਂ ਮਤਲਬ ਜਾਣਨ ਦੀ ਕੋਸ਼ਿਸ਼ ਕਰੀਏ ਉਹ ਇਹ ਕਹਿ ਰਹੇ ਨੇ ਕਿ ਸਿਹਤ ਸਿਰਫ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੀ ਨਹੀਂ ਸਗੋਂ ਇਸ ਤੋਂ ਵੀ ਵੱਧ ਸਰੀਰਕ, ਸਮਾਜਿਕ ਤੇ ਮਾਨਸਿਕ ਸਲਾਮਤੀ ਦਾ ਨਾਂ ਹੈ ਸਿਹਤ। ਹੁਣ ਅਸੀਂ ਦੇਖਣਾ ਇਹ ਹੈ ਕਿ ਕੀ ਸਾਡੇ ਸਮਾਜ ਦੇ ਵਿੱਚ
ਜਿਹੜੀ ਸਿਹਤ ਹੈ ਜਾਂ ਸਿਹਤਮੰਦ ਲੋਕ ਅਸੀਂ ਮਤਲਬ ਕਿੰਨੇ ਕੁ ਸਿਹਤਮੰਦ ਲੋਕ ਹਾਂ, ਅਸੀਂ ਸਿਹਤ ਨੂੰ ਕਿੱਦਾਂ ਦੇਖ ਰਹੇ ਹਾਂ। ਬਿਲਕੁਲ ਸਾਡੇ ਸਮਾਜ ਦੇ ਵਿੱਚ ਮਾਨਸਿਕ ਸਿਹਤ ਦੇ ਲਈ ਮਤਲਬ ਕੋਈ ਥਾਂ ਨਹੀਂ ਰੱਖਿਆ ਗਿਆ, ਮਾਨਸਿਕ ਸਿਹਤ ਨੂੰ ਸਿਹਤ ਦਾ ਅੰਗ ਹੀ ਨਹੀਂ ਮੰਨਿਆ ਜਾ ਰਿਹਾ। ਬਿਲਕੁਲ ਬਿਲਕੁਲ ਬਿਧੀ ਜੀ, ਤੁਸੀਂ ਜਿਹੜੀਆਂ ਜੇ ਮੈਨੂੰ ਚੰਗੀ ਤਰ੍ਹਾਂ ਸਮਝ ਲੱਗੀ ਆ ਜਿਹੜਾ ਤੁਸੀਂ ਕੀਤਾ, ਤੁਸੀਂ ਸਾਇੰਸ ਤੇ ਸਾਇੰਸਦਾਨਾਂ ਦੀ ਜਿਹੜਾ ਯੋਗਦਾਨ ਹੈਗਾ ਸਮਾਜ ਦੇ ਪ੍ਰਤੀ ਔਰ ਮਨੁੱਖੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਪ੍ਰਤੀ, ਉਹਦੇ ਵਿੱਚ ਤੁਹਾਡਾ ਹੈਗਾ ਤੁਸੀਂ ਵਧੀਆ ਸਮਾਜ ਬਣਾਉਣ ਦੀ ਗੱਲ ਕਰਦੇ ਆ। ਉਹਦੇ ਵਿੱਚ ਜਿਹੜੀ ਹੈਗੀ ਆ, ਜੇ ਸਮਾਜ ਦੀ ਸਿਹਤ ਚੰਗੀ ਆ ਤਾਂ ਜਿਹੜੇ ਸਮਾਜ ਵਿੱਚ ਰਹਿਣ ਵਾਲੇ ਮਨੁੱਖ ਆ ਉਹਨਾਂ ਦੀ ਸਿਹਤ ਵੀ ਆਪਣੇ ਆਪ ਹੀ ਜਿਹੜੀ ਚੰਗੀ ਹੋ ਜਾਊਗੀ। ਸੋ ਜਿਹੜੀ ਵਹਿਮਾਂ ਭਰਮਾਂ ਦੀ ਗੱਲ ਆਉਂਦੀ ਆ ਕਿ ਤੁਹਾਡੀ ਸੁਸਾਇਟੀ ਉਹਦੇ ਬਾਰੇ ਵੀ ਕੁਛ ਕਰ ਰਹੀ ਆ, ਜਾਂ ਜਿਹੜੀ ਤੁਹਾਡੀ ਸੁਸਾਇਟੀ ਜਿਹੜੀ ਹੈਗੀ ਆ ਉਹ ਜਿਹੜੇ ਤਾਂਤਰਿਕ ਆ, ਢੋਂਗੀ ਬਾਬੇ ਆ, ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਲੋਕਾਂ ਨੂੰ ਜਿਹੜਾ ਉਹ ਵੱਖ-ਵੱਖ ਰੂਪਾਂ ਦੇ ਵਿੱਚ ਜਿਹੜਾ ਹੈਗਾ ਉਹ ਲੁੱਟਣਾ। ਸੋ ਇਹ ਵੀ ਤੁਹਾਡੇ ਮੁੱਖ ਉਦੇਸ਼ਾਂ ਦੇ ਵਿੱਚ ਆਉਂਦਾ ਹੈ? ਬਿਲਕੁਲ ਬਿਲਕੁਲ। ਅਸੀਂ ਜਿਹੜੇ ਢੋਂਗੀ ਬਾਬੇ ਆ ਉਹਨਾਂ ਦਾ ਕਹਿਣ ਦਾ ਮਤਲਬ ਕਿ ਉਹ ਸਪਿਨ ਡਾਕਟਰਸ ਨੇ, ਸਮਾਜ ਵਿੱਚ ਉਹਨਾਂ ਦਾ ਬਹੁਤ ਵੱਡਾ ਬੋਲਬਾਲਾ ਹੈ ਹੁਣ ਤੱਕ ਵੀ ਸਾਡੇ ਸਮਾਜ ਦੇ ਵਿੱਚ। ਪਰ ਇਹ ਸਾਰਾ ਕੁਝ ਜਿਹੜਾ ਆ ਇਹਨੂੰ ਆਪਾਂ ਤਾਂ ਮਤਲਬ ਜਿਹੜਾ ਹੈ ਇਹਨੂੰ ਢੰਗ ਨਾਲ ਦੇਖ ਸਕਦੇ ਹਾਂ ਜੇ ਅਸੀਂ ਪਹਿਲਾਂ ਮਾਨਸਿਕ ਤੇ ਜਿਹੜੀ ਸਰੀਰਕ ਸਿਹਤ ਆ ਉਹਦੇ ਬਾਰੇ ਸਾਡੀ ਜਾਣਕਾਰੀ ਹੋਵੇ ਵੀ ਅਸੀਂ ਸਿਹਤਮੰਦ ਹੈ ਕੀ ਅਸਲ ਦੇ ਵਿੱਚ। ਕਿਉਂਕਿ ਮੈਂ ਜੇ ਇੱਥੇ ਤੁਹਾਡੇ ਨਾਲ ਇੱਕ ਮਿੰਟ ਸਾਂਝਾ ਕਰ ਸਕਾਂ ਕਿ ਜਿਹੜੀ ਡਾਕਟਰ ਸੁੰਦਰ ਸ਼ਾਮ ਦੀਪ ਧੂਣਾ ਦੀ ਇੱਕ ਪੰਜਾਬੀ 'ਚ ਮਤਲਬ ਕਿਤਾਬ ਹੈ, ਉਹਦਾ ਨਾਂ ਹੈ ਮਾਨਸਿਕ ਰੋਗ ਤੇ ਸਾਡਾ ਸਮਾਜ ਜੀ। ਉਹ ਤਕਰੀਬਨ 70-80 ਪੇਜ ਦੀ ਕਿਤਾਬ ਹੈ। ਮੈਂ ਇਹ ਸਮਝਦਾ ਵੀ ਸਾਨੂੰ ਸਾਡੇ ਸਾਰੇ ਮਤਲਬ ਦਰਸ਼ਕਾਂ ਨੂੰ ਜਿਹੜੇ ਲੋਕ ਆਪਣੇ ਲਾਈਫ ਨੂੰ ਵਧੀਆ ਬਣਾਉਣ ਦੇ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਹਦੇ ਵਿੱਚ ਉਹਨਾਂ ਨੇ ਮਤਲਬ ਭੂਮਿਕਾ ਵਿੱਚ ਜ਼ਿਕਰ ਕੀਤਾ ਹੈ ਕਿ ਸਾਇੰਸ ਨੂੰ 100 ਤੋਂ ਵੀ ਵੱਧ ਸਾਲ ਲੱਗ ਗਿਆ ਹੈਗਾ ਇਹ ਜਾਣਨ ਲਈ, ਇਹ ਸਮਝਣ ਲਈ ਕਿ ਮਨੁੱਖਤਾ ਤੇ ਸਮਾਜ ਦਾ ਰਿਸ਼ਤਾ ਕੀ ਹੈ ਜੀ। ਤੇ ਉਹ ਕਹਿ ਰਹੇ ਕਿ ਮਤਲਬ ਅੱਜ ਦੀ ਦੌੜ ਭੱਜ ਵੱਲ ਦੇਖ ਕੇ ਇਦਾਂ ਲੱਗਦਾ ਕਿ ਸਾਰੀ ਦੁਨੀਆ ਹੀ ਪਾਗਲ ਹੋ ਗਈ ਜਾਪਦੀ ਹੈ। ਉਹ ਕਹਿੰਦੇ ਵੀ ਜਿਹੜੇ ਇਹ ਦੌੜ ਭੱਜ ਨਹੀਂ ਕਰ ਸਕਦੇ ਉਹ ਡਿੱਗ ਪੈਂਦੇ ਹੈਗੇ ਆ ਤੇ ਉਹਨਾਂ ਨੂੰ ਸਾਨੂੰ ਹਸਪਤਾਲ ਲਿਜਾਣਾ ਪੈਂਦਾ ਹੈ ਜੀ, ਤੇ ਉਹ ਰਜਿਸਟਰਡ ਪੇਸ਼ੈਂਟ ਹੋ ਜਾਂਦੇ ਨੇ। ਤੇ ਜਿਹੜੇ ਲੋਕ ਮਤਲਬ ਤੇਜ਼ ਤੁਰੇ ਫਿਰਦੇ ਨੇ ਸੜਕਾਂ ਤੇ ਉਹਨਾਂ ਨੂੰ ਪੁੱਛੋ ਵੀ ਸਵੇਰ ਤੋਂ ਲੈ ਕੇ ਦੁਕਾਨਾਂ ਤੱਕ ਤੁਸੀਂ ਕਿੱਥੇ ਪਹੁੰਚਣਾ ਹੈ, ਪਤਾ ਉਹਨਾਂ ਨੂੰ ਵੀ ਨਹੀਂ ਹੈ ਕਿ ਅਸਲੀ ਕਿੱਥੇ ਪਹੁੰਚਣਾ ਹੈ। ਸੋ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਜਿਹੜੇ ਹਸਪੀਟਲ ਚਲ ਗਏ ਉਹ ਤੇ ਰਜਿਸਟਰਡ ਪੇਸ਼ੈਂਟ ਹੋ ਗਏ ਜੀ, ਤੇ ਜਿਹੜੇ ਮਤਲਬ ਆਪਾਂ ਬਾਹਰ ਹੈਗੇ ਆ ਉਹ ਅਨਰਜਿਸਟਰਡ ਪੇਸ਼ੈਂਟ ਆ, ਹੈਗੇ ਦੋਵੇਂ ਪੇਸ਼ੈਂਟ ਆ। ਉਹਦੇ ਤੇ ਉਹ ਕਨਕਲੂਡ ਕਰਦਾ ਹੈ ਕਿ ਕੋਈ ਬੰਦਾ ਮਤਲਬ ਡਾਕਟਰ ਕੋਲ ਜਾਂਦਾ ਹੈ, ਕਹਿੰਦਾ ਕਿ ਡਾਕਟਰ ਸਾਹਿਬ ਮੈਨੂੰ ਨੀਂਦ ਨਹੀਂ ਆਈ, 2-3 ਦਿਨ ਹੋਏ। ਡਾਕਟਰ ਪੁੱਛਦਾ ਹੈ ਬਈ ਮਤਲਬ ਬਈ ਕੱਲ ਕੀ ਖਾਧਾ, ਪਰਸੋਂ ਕੀ ਖਾਧਾ, ਕਰਕੇ ਉਹ 5 ਦਿਨ ਦੀਆਂ ਗੋਲੀਆਂ ਦੇ ਦਿੰਦਾ ਹੈ ਤੇ ਉਹ ਬੰਦਾ ਘਰ ਚਲ ਜਾਂਦਾ, ਉਹਨੂੰ ਥੋੜੇ ਟਾਈਮ ਲਈ ਆਰਾਮ ਆ ਜਾਂਦਾ, ਮੁੜ ਕੇ ਉਹ ਫੇਰ ਬਿਮਾਰ ਹੁੰਦਾ ਹੈ। ਤੇ ਕਨਕਲੂਜਨ ਇਹ ਨਿਕਲਦਾ ਹੈ ਕਿ ਜਿੰਨਾ ਚਿਰ ਤੱਕ ਅਸੀਂ ਜਿਹੜਾ ਸਿੰਪਟਮ ਦਾ ਇਲਾਜ ਕਰਦੇ ਰਵਾਂਗੇ, ਅਸੀਂ ਉਹਦੀ ਕਾਜ਼ਸ ਦਾ, ਉਹਦੀ ਜੜ ਦਾ ਇਲਾਜ ਨਹੀਂ ਕਰਦੇ, ਉਹਨਾਂ ਚਿਰ ਤੱਕ ਮੁੜ ਬਿਮਾਰ ਹੁੰਦੇ ਰਵਾਂਗੇ। ਇਸ ਕਰਕੇ ਜਿਹੜਾ ਸਹੀ ਇਲਾਜ ਹੈ, ਜਿਹੜਾ ਸਾਡਾ ਸਮਾਜ ਜੋ ਬਿਮਾਰੀ ਦੀ ਹਾਲਤ 'ਚ ਬੈਠਾ ਹੈ ਇਹਨੂੰ ਤੰਦਰੁਸਤ ਬਣਾਉਣ ਲਈ ਤਰਕਸ਼ੀਲ ਸੁਸਾਇਟੀ ਦਾ ਜ਼ਰੀਆ ਉਹ ਲੈ ਰਹੇ ਨੇ ਕਿ ਸਾਇੰਟੀਫਿਕ ਜਿਹੜੀ ਗਿਆਨ ਹੈ, ਸਾਇੰਟੀਫਿਕ ਅਵੇਅਰਨੈਸ ਹੈ, ਲੋਕਾਂ 'ਚ ਲਿਜਾਈ ਜਾਵੇ। ਬਿਲਕੁਲ ਬਿਲਕੁਲ। ਬਲਵੀਰ ਜੀ, ਜਦੋਂ ਤੁਸੀਂ ਸਾਇੰਸ ਤੇ ਸਾਇੰਸਦਾਨਾਂ ਦੇ ਯੋਗਦਾਨ ਦੀ ਗੱਲ ਕਰਦੇ ਆ, ਮੇਰੀ ਨਿਗਾਹ ਦੇ ਵਿੱਚ ਅੱਜ ਤੱਕ ਤਾਂ ਕੁਛ ਇੱਦਾਂ ਦਾ ਨਹੀਂ ਆਇਆ। ਇਹ ਜ਼ਰੂਰੀ ਨਹੀਂ ਕਿ ਜੇ ਮੇਰੀ ਨਿਗਾਹ ਵਿੱਚ ਨਹੀਂ ਆਇਆ ਤੇ ਉਹ ਗੱਲ ਜਿਹੜੀ ਹੈਗੀ ਆ ਉਹ ਐਗਜ਼ਿਸਟ ਨਹੀਂ ਕਰਦੀ। ਮੈਂ ਅੱਜ ਤੱਕ ਕਦੇ ਨਹੀਂ ਸੁਣਿਆ ਵੀ ਕਿਸੇ ਸਾਇੰਸਦਾਨ ਦਾ ਜਿਹੜਾ ਹੈਗਾ ਉਹ ਅਸੀਂ ਕਲੈਕਟਿਵ ਤੌਰ ਤੇ ਕੋਈ ਧੰਨਵਾਦ ਕੀਤਾ ਹੋਵੇ। ਜਿਵੇਂ ਅਸੀਂ ਬਹੁਤ ਸਾਰੇ ਸਾਡੇ ਸਮਾਜ ਦੇ ਹੋਰ ਪ੍ਰਮੁੱਖ ਜਿਹੜੇ ਵਿਅਕਤੀ ਹੁੰਦੇ ਆ, ਕਦੇ ਅਸੀਂ ਉਹਨਾਂ ਦੇ ਤੰਦਰੁਸਤੀ ਲਈ ਅਖੰਡ ਪਾਠ ਕਰਾਉਂਦੇ ਆ, ਕਦੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਜਿਹੜਾ ਹੈਗਾ ਉਹ ਸਮਾਗਮ ਕਰਦੇ ਆ। ਪਰ ਜਿਨ੍ਹਾਂ ਸਾਇੰਸਦਾਨਾਂ ਦੀਆਂ ਅਸੀਂ ਖੋਜਾਂ ਦਾ ਹਰ ਰੋਜ਼ ਜਿਹੜਾ ਹੈਗਾ ਉਹ ਫਾਇਦਾ ਲੈਂਦੇ ਆ, ਹਰ ਰੋਜ਼ ਕਿ ਹਰ ਮਿੰਟ ਤੇ ਅਸੀਂ ਉਹਨਾਂ ਦਾ ਫਾਇਦਾ ਲੈਂਦੇ ਆ, ਅਸੀਂ ਕਦੇ ਉਹਨਾਂ ਦਾ ਧੰਨਵਾਦ ਹੀ ਨਹੀਂ ਕਰਨ ਬਾਰੇ ਸੋਚਿਆ ਜੀ। ਸੋ ਇੱਦਾਂ ਦੀਆਂ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਆ, ਜਿਹੜਾ ਸਾਡਾ ਸਮਾਜ ਆ, ਖਾਸ ਕਰਕੇ ਭਾਰਤੀ ਕਹਿ ਲਓ ਜਾਂ ਪੰਜਾਬੀ ਜਿਹੜਾ ਸਮਾਜ ਹੈਗਾ, ਉਹ ਕਿੱਦਾਂ ਇਸ ਗੱਲ ਵੱਲ ਨੂੰ ਵਧੇਗਾ ਕਿ ਉਹ ਸਾਇੰਸ ਦੇ ਤੇ ਸਾਇੰਸਦਾਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਆ, ਉਹਨਾਂ ਦਾ ਯੋਗਦਾਨ ਹੈਗਾ, ਉਹਨੂੰ ਉਹ ਪੂਰੀ ਤਰ੍ਹਾਂ ਜਿਹੜਾ ਉਹਦਾ ਅਹਿਸਾਸ ਕਰ ਸਕਣ ਕਿ ਉਹਨਾਂ ਲੋਕਾਂ ਨੇ ਸਾਡੇ ਲਈ ਕੀ ਕੀਤਾ। ਸੋ ਇਹਦੇ ਲਈ ਤੁਹਾਡੀ ਜਿਹੜੀ ਸੁਸਾਇਟੀ ਆ ਜੀ, ਏਸ਼ੀਅਨ ਰੈਸ਼ਨਲ ਸੁਸਾਇਟੀ ਬ੍ਰਿਟੇਨ ਜਿਹੜੀ ਹੈਗੀ ਆ, ਜਾਂ ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਜਿਹੜੀ ਹੈਗੀ ਆ, ਉਹ ਕੀ ਉਪਰਾਲੇ ਕਰ ਰਹੀ ਆ ਜਾਂ ਤੁਸੀਂ ਕੀ ਕਰਨਾ ਚਾਹੁੰਦੇ ਆ ਜੀ?
ਇਹ ਨਵਦੀਪ ਜੀ ਤੁਸੀਂ ਇਹ ਬਹੁਤ ਵਧੀਆ ਗੱਲ ਜਿਹੜੀ ਹੈਗੀ ਉਹ ਕੀਤੀ ਆ ਜੀ ਕਿ ਸਾਡਾ ਸਮਾਜ ਇਦਾਂ ਦਾ ਸਮਾਜ ਬਣ ਚੁੱਕਿਆ ਹਾਂਜੀ ਕਿ ਜਿਹਦੇ ਵਿੱਚ ਜਿਹੜੀਆਂ ਸਾਇੰਸ ਦੀਆਂ ਉਪਲਬਧੀਆਂ ਹੈਗੀਆਂ ਜੀ ਜੋ ਕੁਝ ਸਾਇੰਸ ਨੇ ਸਾਨੂੰ ਦਿੱਤਾ ਹਾਂਜੀ ਉਹਦੇ ਜਿਹੜਾ ਯੋਗਦਾਨ ਹੈਗਾ ਉਸ ਨੂੰ ਬਿਲਕੁਲ ਹੀ ਪਛਾਣਿਆ ਨਹੀਂ ਜਾ ਰਿਹਾ ਜੀ ਤੇ ਇਸ ਕਰਕੇ ਉਹਦੀ ਸਲਾਹਣਾ ਵੀ ਜਿਹੜੀ ਹੈਗੀ ਆ ਜੀ। ਉਹ ਨਹੀਂ ਕੀਤੀ ਜਾ ਰਹੀ ਜੀ ਤੇ ਜੇ ਅਸੀਂ ਆਪਣੇ ਆਲੇ ਦੁਆਲੇ ਨੂੰ ਦੇਖੀਏ ਹਾਂਜੀ ਕੋਈ ਇਦਾਂ ਦੀ ਚੀਜ਼ ਇਦਾਂ ਦਾ ਕੋਈ ਕੰਮ ਕੋਈ ਸ਼ੈ ਹੈ ਨਹੀਂ ਜੀ ਜਿਹਦੇ ਵਿੱਚ ਸਾਇੰਸਦਾਨਾਂ ਦਾ ਯੋਗ ਨਾ ਹੋਵੇ ਬਿਲਕੁਲ ਲੇਕਿਨ ਅਸੀਂ ਜੇ ਖਾਸ ਕਰਕੇ ਜੀ। ਜਿਹੜਾ ਹੈਗਾ ਆ ਜਿੱਦਾਂ ਜਿਹੜੇ ਸਮਾਜ ਦੇ ਵਿੱਚੋਂ ਅਸੀਂ ਆਏ ਆ ਜੀ ਉਹਦੇ ਵਿੱਚ ਅਸੀਂ ਜਿਹੜਾ ਧੰਨਵਾਦ ਹੈਗਾ ਹਾਂਜੀ ਉਹ ਹੋਰ ਸ਼ਕਤੀਆਂ ਦਾ ਤਾਂ ਕਰਨ ਵੱਲ ਤੁਰ ਪੈਂਦੇ ਆ ਜੀ ਲੇਕਿਨ ਅਸੀਂ ਜਿਹੜੇ ਹੈਗੇ ਆ ਸਾਇੰਸਦਾਨਾਂ ਦਾ ਕਦੇ ਵੀ ਸ਼ੁਕਰ ਨਹੀਂ ਕਰਦੇ ਹਾਂਜੀ। ਧੰਨਵਾਦ ਨਹੀਂ ਕਰਦੇ ਬਿਲਕੁਲ ਜਿਸ ਤਰ੍ਹਾਂ ਕਿ ਅਸੀਂ ਜਦੋਂ ਬਿਮਾਰ ਹੁੰਦੇ ਆ ਹਸਪਤਾਲ ਵਿੱਚ ਜਾਂਦੇ ਆ ਜੀ ਤਾਂ ਸਾਡਾ ਜਿਹੜਾ ਹੈਗਾ ਆ ਉਹ ਇਲਾਜ ਹੋ ਜਾਂਦਾ ਠੀਕ ਹੋ ਕੇ ਜੀ ਅਸੀਂ ਘਰ ਆ ਜਾਂਦੇ ਆ ਜੀ ਤਾਂ ਮੈਂ ਕਦੇ ਇਹ ਵੀ ਨਹੀਂ ਦੇਖਿਆ ਵੀ ਕਿਸੇ ਨੇ ਕਦੇ ਕਿਸੇ ਡਾਕਟਰ ਨੂੰ ਥੈਂਕ ਯੂ ਕਿਹਾ ਹੋਵੇ ਜੀ ਕਿ ਤੁਸੀਂ ਸਾਡਾ ਬਹੁਤ ਵਧੀਆ ਇਲਾਜ ਕੀਤਾ ਜੀ ਹਾਲਾਂਕਿ ਅਕਸਰ ਹੀ ਮੈਂ ਨੋਟਿਸ ਕਰਦਾ ਹੁਣ ਜਦੋਂ ਕਿਤੇ ਹਸਪਤਾਲ ਦੇ ਵਿੱਚ ਜਾਣਾ ਪੈਂਦਾ ਤੇ ਉੱਥੇ ਨੋਟਿਸ ਬੋਰਡ ਲੱਗੇ ਹੁੰਦੇ ਆ ਜੀ ਤਾਂ ਉੱਥੇ ਬਹੁਤ ਸਾਰੇ ਲੋਕਾਂ ਨੇ ਕਾਰਡ ਭੇਜੇ ਹੁੰਦੇ ਆ ਜੀ ਜਿੱਥੇ ਕਿ ਨਰਸਾਂ ਦਾ ਸਟਾਫ ਦਾ ਡਾਕਟਰਾਂ ਦਾ ਧੰਨਵਾਦ ਕੀਤਾ ਹੁੰਦਾ ਕਿ ਜੀ। ਤੁਸੀਂ ਸਾਡੀ ਬਹੁਤ ਵਧੀਆ ਲੁੱਕ ਆਫਟਰ ਕੀਤੀ ਸਾਡਾ ਇਲਾਜ ਕੀਤਾ ਜੀ ਤੇ ਮੈਂ ਠੀਕ ਹੋ ਕੇ ਆਪਣੇ ਘਰ ਆ ਗਿਆ ਹਾਂਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਲੇਕਿਨ ਉਹਨਾਂ ਦੇ ਵਿੱਚ ਅਸੀਂ ਨੋਟਿਸ ਕਰੀਦਾ ਕਿ ਸਾਡੇ ਸਮਾਜ ਦੇ ਵਿੱਚੋਂ ਕੋਈ ਉਹਦੇ ਵਿੱਚ ਹਿੱਸਾ ਨਹੀਂ ਪਾਇਆ ਜਾਂਦਾ ਜੀ ਜਿਸ ਤਰ੍ਹਾਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਹਾਂਜੀ। ਅਸੀਂ ਹੁਣ ਆ ਕੋਵਿਡ ਦੇ ਦੌਰ ਦੇ ਵਿੱਚ ਤੇ ਲੰਘ ਕੇ ਆਏ ਆ ਜੀ ਇਸ ਕੋਵਿਡ ਦੇ ਦੌਰ ਦੇ ਤੋਂ ਪਹਿਲਾਂ ਜਾਂ ਸਦੀਆਂ ਤੋਂ ਹੀ ਅਸੀਂ ਦੇਖਦੇ ਆ ਹਾਂਜੀ ਕਿ ਦਾਅਵੇ ਕੀਤੇ ਜਾਂਦੇ ਆ ਜੀ ਅਸੀਂ ਜਾਦੂ ਸ਼ਕਤੀ ਨਾਲ ਆਹ ਕਰ ਦੇਵਾਂਗੇ ਤੇ ਅਸੀਂ ਐਦਾਂ ਕਰ ਦੇਵਾਂਗੇ ਉੱਦਾਂ ਕਰ ਦੇਵਾਂਗੇ ਜੀ ਤਾਂ ਅਸੀਂ ਦੇਖਦੇ ਹਾਂ ਜਿਸ ਵੇਲੇ ਕੋਵਿਡ ਆਇਆ ਹਾਂਜੀ। ਤੇ ਸਾਰੇ ਜਿਹੜੇ ਸੀਗੇ ਇਸ ਤਰ੍ਹਾਂ ਦੇ ਜਿਹੜੀਆਂ ਫੜਾਂ ਮਾਰਨੇ ਵਾਲੇ ਉਹ ਆਪਣੇ ਜਿੱਦਾਂ ਸੀਗੇ ਉਹ ਘੁਰਨਿਆਂ ਦੇ ਵਿੱਚ ਲੁਕ ਗਏ ਬਿਲਕੁਲ ਤਾਂ ਸਗੋਂ ਉਹਨਾਂ ਨੇ ਫਾਇਦਾ ਤਾਂ ਕੀ ਕਰਨਾ ਸੀ ਇਲਾਜ ਤਾਂ ਕੀ ਕਰਨਾ ਸੀਗਾ ਜੀ। ਤੇ ਸਗੋਂ ਉਹ ਬਿਲਕੁਲ ਗਾਇਬ ਹੀ ਹੋ ਗਏ ਹਾਂਜੀ ਤਾਂ ਹੁਣ ਜਦੋਂ ਲੋੜ ਪਈ ਉਹਨਾਂ ਦੀ ਤਾਂ ਉਹ ਫਿਰ ਜਿਹੜੀਆਂ ਸ਼ਕਤੀਆਂ ਸੀਗੀਆਂ ਉਹ ਕਿੱਥੇ ਗਈਆਂ ਜੀ ਇਹ ਤੋਂ ਸਾਬਤ ਹੁੰਦਾ ਕਿ ਇਹ ਜਿਹੜੇ ਗੈਬੀ ਸ਼ਕਤੀਆਂ ਵਾਲੇ ਹੈਗੇ ਆ ਜਾਂ ਬਾਬੇ ਆ ਹਾਂਜੀ। ਜਾਂ ਤੰਤਰਿਕ ਹੈਗੇ ਆ ਜੀ ਤੇ ਜਾਂ ਜਿਹੜੇ ਅਸੀਂ ਧਾਰਨਾਵਾਂ ਧਾਰ ਕੇ ਬੈਠੇ ਆ ਜੀ। ਕਿ ਜਿਹੜੀਆਂ ਅਸੀਂ ਧਰਮਾਂ ਤੋਂ ਵੀ ਆਸਾਂ ਕਰਦੇ ਆ ਕਿ ਉਹ ਹਾਂਜੀ। ਕਰੂਗੇ ਜੀ। ਕਿ ਉਹਦੇ ਨਾਲ ਕੁਝ ਨਹੀਂਗਾ ਹੋਣਾ ਹਾਂਜੀ। ਇਹ ਸਾਰਾ ਕੁਝ ਜਿਹੜਾ ਸਾਇੰਸ ਨੇ ਕਰਨਾ ਤੁਹਾਨੂੰ ਆਪਣੇ ਆਪ ਖੁਦ ਕਰਨਾ ਪੈਣਾ ਬਿਲਕੁਲ ਇੱਕ ਵਿਧੀ ਜੀ ਤੁਸੀਂ ਹਾਂਜੀ ਕੁਛ ਮੈਂ ਕਿ ਥੋੜਾ ਐਡੀਸ਼ਨ ਕਰਨਾ ਚਾਹੁੰਦਾ ਹੈ ਕਿ ਜੀ। ਮਤਲਬ ਤਰਕਸ਼ੀਲ ਸੁਸਾਇਟੀ ਮਤਲਬ ਆਪਣਾ ਯਤਨ ਕਰ ਰਹੀ ਹੈ ਕਿ ਅਸੀਂ ਘੱਟੋ ਘੱਟ ਜਿਹੜੇ 20 ਟੌਪ ਸਾਇੰਟਿਸਟ ਆ ਉਹਨਾਂ ਦੇ ਲਾਈਫ ਬਾਰੇ ਲਿਖੀਏ ਉਹਨਾਂ ਦੀਆਂ ਕਾਢਾਂ ਕੀ ਹੈ ਉਹਨਾਂ ਨੇ ਕੀ ਦਿੱਤਾ ਹੈ ਸਮਾਜ ਨੂੰ ਜੀ। ਜਿਵੇਂ ਮਤਲਬ ਸਾਨੂੰ ਸਾਰਿਆਂ ਨੂੰ ਇਹ ਹਰ ਰੋਜ਼ ਇਹ ਸੋਚਣ ਦੀ ਲੋੜ ਹੈ ਵੀ ਅਸੀਂ ਸਿਹਤ ਸਫ਼ਰ ਤੇ ਸੰਚਾਰ ਜਿਵੇਂ ਹੈਲਥ ਐਵੀਏਸ਼ਨ ਤੇ ਕਮਿਊਨੀਕੇਸ਼ਨ ਇਹ ਹਾਂਜੀ। ਤਿੰਨਾਂ ਹੀ ਫੀਲਡਾਂ ਦੇ ਵਿੱਚ ਜਿਹੜੀਆਂ ਮਾਈਂਡ ਬੋਗਲਿੰਗ ਡਿਵੈਲਪਮੈਂਟ ਹੋਈ ਆ ਬੰਦਾ ਹੈਰਾਨ ਰਹਿ ਜਾਂਦਾ ਜੀ। ਵੀ ਕਿੰਨੀ ਮਿਹਨਤ ਨਾਲ ਮਤਲਬ ਉਹਨਾਂ ਨੇ ਇੱਥੇ ਤੱਕ ਜਿਹੜੇ ਪਹੁੰਚੇ ਹੈਗੇ ਆ ਜੀ। ਤੇ ਸਾਨੂੰ ਉਹ ਲੋਕਾਂ ਨੂੰ ਮਤਲਬ ਇਹ ਚੀਜ਼ ਲੋਕਾਂ 'ਚ ਲਿਜਾਣ ਦੀ ਲੋੜ ਆ ਔਰ ਸਾਡਾ ਇਹ ਜ਼ਰੀਆ ਅਸੀਂ ਇਹ ਚਾਹੁੰਦੇ ਆ ਕਿ ਘੱਟੋ ਘੱਟ 20 ਜਿਹੜੇ ਟੌਪ ਸਾਇੰਟਿਸਟ ਹੈਗੇ ਨੇ ਹਾਂਜੀ। ਉਹਨਾਂ ਨੂੰ ਲੋਕਾਂ ਨਾਲ ਰੂਬਰੂ ਕੀਤਾ ਜਾਵੇ ਬਿਲਕੁਲ ਵਿਧੀ ਜੀ ਆਮ ਦੇਖਣ ਦੇ ਵਿੱਚ ਆਇਆ ਕਿ ਅੱਜ ਹਰ ਮਨੁੱਖ ਦੇ ਮੇਰੇ ਖਿਆਲ ਜੇ ਤਾਂ ਨਾ ਕਹਿ ਲਓ ਉੱਪਰ ਬਹੁਤ ਵੱਡੀ ਗਿਣਤੀ ਦੇ ਮਨੁੱਖਾਂ ਦੇ ਹੱਥਾਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਹੈਗੇ ਆ ਉਹ ਮੋਬਾਈਲ ਫੋਨ ਆ ਔਰ ਮੋਬਾਈਲ ਫੋਨ ਵੀ ਉਹ ਵੀ ਆ ਜਿਨ੍ਹਾਂ ਦੀ ਟੱਚ ਸਕਰੀਨ ਆ ਬਿਲਕੁਲ। ਅਗਰ ਤੁਸੀਂ ਉਹਨਾਂ ਦੇ ਵਿੱਚੋਂ ਉਹਨਾਂ ਬੰਦਿਆਂ ਨੂੰ ਪੁੱਛੋ ਕਿ ਟੱਚ ਸਕਰੀਨ ਬਣਾਉਣ ਵਾਲਾ ਬੰਦਾ ਕੌਣ ਸੀ ਤੇ ਬਹੁਤ ਥੋੜੇ ਹੋਣਗੇ ਜਿਹੜਾ ਇਹਦਾ ਜਵਾਬ ਦੇ ਸਕਣਗੇ ਸੋ ਇਹ ਤਾਂ ਚਲੋ ਠੀਕ ਆ ਤੁਸੀਂ ਇਹ ਉਪਰਾਲਾ ਕਰ ਰਹੇ ਆ ਬਹੁਤ ਵਧੀਆ ਉਪਰਾਲਾ ਹੈਗਾ ਇੱਕ ਜਿਹੜਾ ਆਮ ਸਾਡੇ ਜਿਹੜਾ ਸ਼ਬਦ ਵਰਤਿਆ ਜਾਂਦਾ ਜਾਂ ਉਹ ਖਾਸ ਜਿਹਦੀ ਲੜਾਈ ਜਿਹੜੀ ਤਰਕਸ਼ੀਲ ਸੁਸਾਇਟੀਆਂ ਦੀ ਹੈਗੀ ਆ ਚਾਹੇ ਤੁਹਾਡੀ ਸੁਸਾਇਟੀ ਹੈਗੀ ਆ ਜਾਂ ਉਹ ਕਿਸੇ ਹੋਰ ਮੁਲਕ ਦੇ ਵਿੱਚ ਦੀ ਤਰਕਸ਼ੀਲ ਸੁਸਾਇਟੀ ਹੈਗੀ ਆ ਕਿ ਉਹ ਵਹਿਮਾਂ ਭਰਮਾਂ ਦੇ ਖਿਲਾਫ ਜਿਹੜਾ ਹੈਗਾ ਆਪਣਾ ਗੱਲ ਕਰਦੇ ਆ ਸੱਚਦੇ ਵੀ ਮੇਰਾ ਸਵਾਲ ਤੁਹਾਨੂੰ ਇਹ ਹੈਗਾ ਕਿ ਜਿਹੜੇ ਵਹਿਮ ਤੇ ਭਰਮ ਆ ਇਹ ਇੱਕੋ ਹੀ ਚੀਜ਼ ਆ ਜਾਂ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ ਕਰਕੇ ਆਪਾਂ ਇਹਨੂੰ ਕਹਿੰਦੇ ਇੱਕੋ ਹੀ ਆ ਬਿਲਕੁਲ ਇਕੱਠੇ ਜੋੜ ਕੇ ਇਹਨੂੰ ਕਹਿ ਰਹੇ ਹੈਗੇ ਆ ਕਈ ਵਾਰੀ ਇਹ ਹੁੰਦਾ ਕਿ ਸਾਡੇ ਕਈ ਵਾਰੀ ਛੋਟੇ ਜਿਹੜੇ ਸਾਡੇ ਪਿੰਡ ਹੈਗੇ ਆ ਅਸੀਂ ਉਹਨਾਂ ਨੂੰ ਦੋ ਪਿੰਡਾਂ ਨੂੰ ਇਕੱਠਿਆਂ ਜੋੜ ਕੇ ਉਹਨਾਂ ਦਾ ਨਾਂ ਲੈਂਦੇ ਆ ਪਰ ਉਹਨਾਂ ਦਾ ਆਪੋ ਆਪਣਾ ਵਜੂਦ ਹੁੰਦਾ ਬਿਲਕੁਲ ਸਟਰਕਚਰ ਉਹਨਾਂ ਦਾ ਆਪਣਾ ਵਜੂਦ ਹੁੰਦਾ ਸੋ ਇਹ ਵਹਿਮ ਤੇ ਭਰਮ ਜਿਹੜੇ ਹੈਗੇ ਆ ਇਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਵੱਖ-ਵੱਖ ਚੀਜ਼ਾਂ
ਜਾਂ ਇਹ ਇੱਕੋ ਹੀ ਚੀਜ਼ ਆ? ਮੈਂ ਸਮਝਦਾ ਕਿ ਇਹ ਦੋਨੇ ਅਲੱਗ-ਅਲੱਗ ਚੀਜ਼ਾਂ ਹੈਗੀਆਂ। ਵਹਿਮ ਜਿਹੜਾ ਹੈ ਉਹ ਅਸੀਂ ਕਰਦੇ ਹਾਂ, ਮੰਨ ਲਓ ਵੀ ਅਸੀਂ ਸਾਡੇ ਦਿਮਾਗ 'ਚ ਪਹਿਲਾਂ ਹੀ ਆ ਵੀ ਜੇ ਆਹ ਗੱਲ ਹੋ ਗਈ ਤੇ ਐਦਾਂ ਹੋ ਜਾਣੀ ਹੈਗੀ ਆ। ਜਿਵੇਂ ਕੋਈ ਕਹੇ ਬਿੱਲੀ ਰਾਹ ਕੱਟ ਗਈ ਤਾਂ ਅੱਜ ਕੰਮ ਨਹੀਂ ਬਣਨਾ, ਫਲਾਨਾ ਬੰਦਾ ਟੱਕਰ ਗਿਆ ਤੇ ਇਸ ਤਰ੍ਹਾਂ ਹੋਏਗਾ, ਜਾਂ ਫਲਾਨਾ ਬੰਦੇ ਦੀ ਨਜ਼ਰ ਲੱਗ ਗਈ ਸਾਡਾ ਤਾਂ ਨਹੀਂ ਕੰਮ ਬਣਨਾ। ਇਹ ਵਹਿਮ ਨੇ, ਪਰ ਇਹਨਾਂ ਦੇ ਮਗਰ ਕੋਈ ਵੀ ਮਤਲਬ ਸਾਇੰਟੀਫਿਕ ਐਵੀਡੈਂਸ ਨਹੀਂ ਹੈ। ਤਾਂ ਜਿਹੜਾ ਭਰਮ ਹੈ, ਭਰਮ ਸਾਨੂੰ ਮਤਲਬ ਹੈ ਬਈ ਮੈਨੂੰ ਕੁਛ ਮਤਲਬ ਜਿਹੜਾ ਦਿਸਦਾ ਹੈ ਉਹ ਦੂਜਿਆਂ ਨੂੰ ਨਹੀਂ ਦਿਸਦਾ ਹੈ, ਜਾਂ ਮੈਂ ਮਤਲਬ ਜਿਹੜਾ ਉਹਨੂੰ ਪਹਿਲਾਂ ਹੀ ਆਪਣੇ ਦਿਮਾਗ ਦੇ ਵਿੱਚ ਮੇਰੇ ਤੇ ਮੈਨੂੰ ਆਹ ਹੋ ਰਿਹਾ ਪਰ ਦੂਜਿਆਂ ਨੂੰ ਨਹੀਂ ਉਹ ਦਿਸਦਾ, ਤੁਹਾਨੂੰ ਉਹ ਵਹਿਮ ਹੈਗਾ ਵੀ ਤੁਹਾਨੂੰ ਹੋ ਰਿਹਾ ਹੈਗਾ ਜੀ, ਉਹ ਭਰਮ ਆ। ਉਹ ਭਰਮ ਹੈ। ਤੇ ਜਿਹੜਾ ਵਹਿਮ ਹੈ ਉਹ ਪਹਿਲਾਂ ਹੀ ਤੁਹਾਡੇ ਮਤਲਬ ਮਨ 'ਚ ਹੈ ਵੀ ਜੇ ਆਹ ਗੱਲ ਮੈਂ ਕੀਤੀ ਤਾਂ ਇਹ ਐਦਾਂ ਹੋ ਜਾਣੀ ਹੈਗੀ ਆ। ਤੇ ਦੋਨਾਂ ਦਾ ਹੀ ਪਿਛੋਕੜ ਸਾਇੰਟੀਫਿਕ ਨਹੀਂ ਹੈ। ਠੀਕ ਹੈ ਜੀ। ਹਾਂਜੀ ਬਲਵੀਰ ਜੀ, ਜੇ ਅਸੀਂ ਜਿਹੜੇ ਤੁਸੀਂ ਮੈਂ ਇਸ ਤੋਂ ਥੋੜ੍ਹਾ ਜਿਹਾ ਹੁਣ ਅੱਗੇ ਚੱਲਣਾ ਚਾਹੁੰਦਾ, ਕਰਕੇ ਆਪਣੇ ਕੋਲ ਬਹੁਤ ਸਾਰਾ ਮਟੀਰੀਅਲ ਹੈਗਾ, ਜਿਹੜੇ ਸਵਾਲ ਹੈਗੇ ਜਿਹੜੇ ਮੈਂ ਤੁਹਾਨੂੰ ਪੁੱਛਣੇ ਚਾਹੁੰਦਾ, ਮੈਂ ਸਮੇਂ ਬਾਅਦ ਨੂੰ ਧਿਆਨ 'ਚ ਰੱਖਦਿਆਂ ਜੀ ਥੋੜ੍ਹਾ ਜਿਹਾ ਬਰੀਫਲੀ ਜਿਹਾ ਦੱਸੋ ਕਿ ਜਿਹੜੇ ਤਾਂਤਰਿਕ ਹੈਗੇ ਆ, ਪੁੱਛਾਂ ਦੇਣ ਵਾਲੇ ਆ, ਕਾਲਾ ਜਾਦੂ ਕਰਨ ਵਾਲੇ ਵਗੈਰਾ ਵਗੈਰਾ ਇੱਥੇ ਹੈਗੇ ਆ, ਹਾਂਜੀ, ਉਹਨਾਂ ਦੀ ਜਿਹੜੀ ਹੈਗੀ ਆ ਇਸ ਦੇਸ਼ ਦੇ ਵਿੱਚ ਕਿੰਨੀ ਕੁ ਵੱਡੀ ਸਮੱਸਿਆ ਹੈਗੀ ਆ ਜੀ? ਤੁਹਾਡੀ ਸੁਸਾਇਟੀ ਦਾ ਤੁਸੀਂ ਕੰਮ ਕਰਦਿਆਂ ਨੂੰ 20 ਸਾਲ ਹੋ ਗਏ, ਤੁਹਾਨੂੰ ਕਿੰਨਾ ਕੁ ਲੱਗਦਾ ਕਿ ਇਹ ਕਿੰਨੀ ਕੁ ਵੱਡੀ ਜਿਹੜੀ ਹੈਗੀ ਆ ਉਹ ਸਮੱਸਿਆ ਇਸ ਦੇਸ਼ ਦੇ ਵਿੱਚ ਹੈਗੀ ਆ, ਤਾਂਤਰਿਕ ਦੀ, ਪੁੱਛਾਂ ਦੇਣ ਵਾਲਿਆਂ ਦੀ, ਜਾਂ ਜੋਤਸ਼ੀਆਂ ਦੀ, ਜਾਂ ਇਹਨਾਂ ਵਰਗੇ ਜਿਹੜੇ ਲੋਕਾਂ ਨੂੰ ਲੁੱਟਦੇ ਆ? ਜੀ ਜਗਦੀਪ ਜੀ, ਇਸ ਮੁਲਕ ਦੇ ਵਿੱਚ ਵੀ ਹਾਂਜੀ ਬਹੁਤ ਵੱਡੀ ਸਮੱਸਿਆ ਜੀ, ਇਹ ਐਡੀ ਵੱਡੀ ਸਮੱਸਿਆ ਹੈਗੀ ਆ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਕਿ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ, ਹਾਂਜੀ, ਸਾਡੇ ਸਮਾਜ ਦੇ ਵਿੱਚ ਸਾਨੂੰ ਉਹਦੇ ਬਾਰੇ ਪਤਾ ਹੈਗਾ ਜੀ ਕਿ ਛੋਟੀਆਂ ਗੱਲਾਂ ਤੋਂ ਹਰੇਕ ਮੜੀਆਂ ਗੱਲਾਂ ਦੇ ਵਿੱਚ ਵਹਿਮ ਕੀਤਾ ਜਾਂਦਾ, ਜਿਹੜੇ ਭਰਮ ਪਾਲ ਕੇ ਅਸੀਂ ਬੈਠੇ ਹਾਂ ਜੀ। ਤੇ ਜਿਸ ਵੇਲੇ ਸਾਨੂੰ ਕੋਈ ਵੀ ਸਮੱਸਿਆ ਪੈਂਦੀ ਹੈ, ਪਹਿਲੀ ਗੱਲ ਇਹ ਹੁੰਦੀ ਹੈ ਕਿ ਅਸੀਂ ਤਾਂਤਰਿਕਾਂ ਵੱਲ ਨੂੰ ਨੱਠਦੇ ਹਾਂ ਜੀ, ਕਿ ਸਾਡੇ ਘਰ ਬੱਚੇ ਨਹੀਂ ਕਹਿਣਾ ਮੰਨ ਰਹੇ, ਲੜਾਈ ਝਗੜਾ ਰਹਿੰਦਾ ਜੀ, ਸਿਹਤ ਦੀਆਂ ਸਮੱਸਿਆਵਾਂ, ਜਿਹੜਾ ਹੈਗਾ ਕੰਮਕਾਰ ਦੀ ਦਿੱਕਤ, ਜਾਂ ਬੱਚਿਆਂ ਦਾ ਜਾਂ ਪਤੀ ਦਾ ਸ਼ਰਾਬ ਪੀਣਾ ਜੀ, ਅਸੀਂ ਉਸ ਕਾਰਨ ਦੀ ਜੜ ਤੱਕ ਪਹੁੰਚਣੇ ਤੋਂ ਬਿਨਾਂ ਜੀ ਅਸੀਂ ਤਾਂਤਰਿਕਾਂ ਵੱਲ ਨੂੰ ਤੁਰ ਪੈਂਦੇ ਹਾਂ ਜੀ। ਤੇ ਜਿਸ ਵੇਲੇ ਅਸੀਂ ਤਾਂਤਰਾਂ ਦੇ ਕੋਲ ਜਾਂਦੇ ਹਾਂ, ਉਹਨਾਂ ਨੇ ਤਾਂ ਜਿਹਨਾਂ ਲੋਕਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਉਹਨਾਂ ਦੀ ਲੁੱਟ ਖਸੁੱਟੀ ਕਰਨੀ ਹੁੰਦੀ ਹੈ ਜੀ। ਸੋ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਇਸ ਸਮੱਸਿਆ ਦੀਆਂ ਜੜ ਤੱਕ ਜਾਈਏ ਜੀ, ਤੇ ਜੜ ਤੱਕ ਜਾ ਕੇ ਅਸਲੀ ਕਾਰਨ ਲੱਭੀਏ ਕਿ ਅਸਲੀ ਸਮੱਸਿਆ ਹੈ ਕੀ ਆ ਜੀ, ਤੇ ਤਾਂ ਕਿ ਅਸੀਂ ਉਹਦਾ ਜਿਹੜਾ ਹੱਲ ਹੈਗਾ ਉਹ ਲੱਭ ਸਕੀਏ ਜੀ। ਮੈਂ ਇੱਕ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਜੀ ਕਿ ਇੱਕ ਮੇਰੇ ਸੁਣਨ ਦੇ ਵਿੱਚ ਇੱਕ ਕੇਸ ਆਇਆ ਹਾਂਜੀ, ਤੇ ਜਿੱਥੇ ਕਿ ਇੱਕ ਔਰਤ ਦਾ ਪੁੱਤਰ ਹਾਂਜੀ, ਉਹਦਾ ਜਿਹੜਾ ਬੇਟਾ ਸੀਗਾ ਉਹ ਜਿਸ ਤਰ੍ਹਾਂ ਬਹੁਤ ਵਧੀਆ ਫੈਕਟਰੀ ਦੇ ਵਿੱਚ ਕੰਮਕਾਰ ਕਰ ਰਿਹਾ ਸੀਗਾ ਜੀ, ਤੇ ਉਸ ਨੂੰ ਉੱਥੋਂ ਕੰਮ ਤੋਂ ਛੁੱਟੀ ਹੋ ਗਈ ਹਾਂਜੀ, ਤੇ ਕੰਮ ਤੋਂ ਉਸ ਨੂੰ ਸੈਕ ਹੋ ਗਿਆ, ਤੇ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਤੇ ਉਸੇ ਮਾਤਾ ਦਾ ਜਿਹੜਾ ਜਵਾਈ ਸੀਗਾ ਜੀ, ਤੇ ਉਸ ਨੂੰ ਪਤਾ ਲੱਗਾ ਕਿ ਇਹਨਾਂ ਨੂੰ ਮਦਦ ਦੀ ਲੋੜ ਹੈਗੀ ਆ ਜੀ, ਤੇ ਉਹੀ ਤਾਂਤਰਿਕ ਬਣ ਕੇ ਉਸ ਤੋਂ ਉਹਨੇ 25-30 ਹਜ਼ਾਰ ਪਾਉਂਡ ਉਹਦੇ ਖਰਚਾ ਦਿੱਤੇ। ਅੱਛਾ ਜੀ। ਤੇ ਉਹਦੇ ਉਹ ਖਾ ਲਏ ਜੀ, ਤੇ ਕਹਿੰਦਾ ਕਿ ਮੈਂ ਉਹਦਾ ਇਲਾਜ ਕਰਦਾ, ਕਿਉਂਕਿ ਉਹਨੂੰ ਸਾਰੇ ਘਰ ਦੇ ਹਾਲਾਤ ਦਾ ਪਤਾ ਸੀਗਾ ਜੀ। ਤੇ ਜਿਸ ਵੇਲੇ ਉਸ ਮਾਤਾ ਨੂੰ ਹਾਲਾਤਾਂ ਦਾ ਪਤਾ ਲੱਗਾ ਹਾਂਜੀ, ਤਾਂ ਕੀ ਕੁਝ ਹੋ ਰਿਹਾ, ਤਾਂ ਉਸ ਵੇਲੇ ਤੱਕ ਟੂ ਲੇਟ ਹੋ ਚੁੱਕਾ ਸੀ ਜੀ। ਤੇ ਜਦੋਂ ਕਿ ਉਹਨੂੰ ਜਿਹੜੀ ਮਦਦ ਹੈਗੀ ਆ ਹਾਂਜੀ, ਹੋਰ ਪਾਸਿਆਂ ਤੋਂ ਡਾਕਟਰ ਤੋਂ ਮਦਦ ਲੈਣੀ ਚਾਹੀਦੀ ਸੀਗੀ ਜੀ। ਤੇ ਹਾਂਜੀ ਬਿਲਕੁਲ ਹਾਂਜੀ, ਮੈਂ ਐਡੀਸ਼ਨ ਇਹ 'ਚ ਕਰਨਾ ਚਾਹੁੰਦਾ ਨਵਦੀਪ ਜੀ ਕਿ ਜੇ ਸਮੱਸਿਆ ਦਾ ਸਾਈਜ਼ ਕੀ ਹੈ ਯੂਕੇ ਦੇ ਵਿੱਚ, ਇਹ ਇੰਪੋਰਟੈਂਟ ਹੈ ਕਿ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਮਤਲਬ ਪਤਾ ਹੋਵੇ। ਮਤਲਬ ਹੁਣ ਤੱਕ ਜੋ ਕੁਝ ਵੀ ਮਤਲਬ ਅਸੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਮਿਲ ਰਹੀ ਹੈ ਵੀ ਕਹਿ ਰਹੇ 40 ਮਿਲੀਅਨ ਪਾਉਂਡ ਦੀ ਇੰਡਸਟਰੀ ਆ ਇਹ ਜਿਹੜੀ ਤਾਂਤਰਿਕਾਂ ਦੀ ਆ ਯੂਕੇ ਦੇ ਵਿੱਚ ਜੀ। ਮਤਲਬ ਇਹ ਵੱਖ-ਵੱਖ ਸਾਧਨਾਂ ਤੋਂ ਖਬਰਾਂ ਦੇ ਵਿੱਚ ਮਤਲਬ ਉਹ ਆਪਾਂ ਨੂੰ ਪਤਾ ਲੱਗਿਆ ਹੈ ਕਿ ਵੀ ਉਹ ਜਿਹੜਾ ਇੱਥੇ ਇੰਨੀ ਵੱਡੀ ਸਕੇਲ ਤੇ ਮਤਲਬ ਲੋਕਾਂ ਦੀ ਜਿਹੜੀ ਹੈਗੀ ਆ ਉਹ ਅੰਡਰ ਦਾ ਕਾਰਪਟ ਜਿਹੜੀ ਆ ਉਹ ਲੁੱਟ ਮਤਲਬ ਹੋ ਰਹੀ ਹੈਗੀ ਆ। ਪਰ ਉਹਦੇ ਲਈ ਮਤਲਬ ਸੁਸਾਇਟੀ ਆਪਣੇ ਮਤਲਬ ਸਾਈਜ਼ ਵਿੱਚ ਜਿਤਨਾ ਕਰ ਸਕਦੀ ਹੈ ਕਰ ਰਹੀ ਆ, ਔਰ ਉਹ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ 2-3 ਜਿਹੜੇ ਤਾਂਤਰਿਕ ਆ ਉਹ ਅੰਦਰ ਵੀ ਗਏ ਨੇ, ਮਤਲਬ ਇਸੇ ਮਤਲਬ ਕਨਵਿਕਟ ਹੋਏ ਨੇ ਤੇ ਮਤਲਬ ਕਹਿਣ ਦਾ ਭਾਵ ਕਿ ਇਹ ਬਹੁਤ ਵੱਡੀ ਸਮੱਸਿਆ ਹੈ। ਪਰ ਸਵਾਲ ਹੈ ਕਿ ਇਹ 21ਵੀਂ ਸਦੀ ਵਿੱਚ ਸਮੱਸਿਆ ਕਿਉਂ ਹੈ, ਇਸੇ ਕਰਕੇ ਤਰਕਸ਼ੀਲ ਹੋਂਦ ਵਿੱਚ ਹੈਗੀ ਹੈ। ਬਿਲਕੁਲ
ਅਸੀਂ ਇਹਦਾ ਹੱਲ ਜਿਹੜਾ ਉਹ ਸਿਰਫ ਲੋਕਾਂ ਨੂੰ ਆਪਣੇ ਸਵੈ ਭਰੋਸੇ ਵਿੱਚ ਹੈ ਜੀ। ਹਾਂ, ਉਹਨਾਂ ਦੀ ਕਮਜ਼ੋਰੀ ਉਹਨਾਂ ਦੀ ਤਾਕਤ ਬਣੀ ਹੋਈ ਹੈ। ਬਿਲਕੁਲ ਹਾਂਜੀ। ਤੁਹਾਡੇ ਚੋਂ ਕੋਈ ਵੀ ਜਿਹੜਾ ਹੈਗਾ ਸਾਡਾ ਤੁਸੀਂ ਨੁਮਾਇੰਦੇ ਸਾਂਝ ਪਾ ਸਕਦੇ ਆ। ਇੱਕ ਜਿਹੜਾ ਤਰਕਸ਼ੀਲਾਂ ਦੇ ਨਾਲ ਜਿਹੜਾ ਆਮ ਜੁੜਿਆ ਰਹਿੰਦਾ ਹੈ ਕਿ ਇਹ ਇੱਕ ਤੁਹਾਡਾ ਚੈਲੰਜ ਆ ਜੀ, ਜਿਹੜਾ ਤੁਸੀਂ ਠੱਗਾਂ ਠੋਰਾਂ ਦੇ ਲਈ ਰੱਖਿਆ ਹੈਗਾ। ਸੋ ਮੈਂ ਇਹ ਚਾਹੁੰਦਾ ਕਿ ਤੁਸੀਂ ਥੋੜ੍ਹਾ ਜਿਹਾ ਉਹ ਚੈਲੰਜ ਬਾਰੇ ਦੱਸੋ ਤੇ ਉਹ ਚੈਲੰਜ ਦੀਆਂ ਕਿਹੜੀਆਂ ਜਿਹੜੀਆਂ ਆ ਉਹ ਮੋਟੇ ਤੌਰ ਤੇ ਸ਼ਰਤਾਂ ਹੈਗੀਆਂ, ਕਿੰਨੀਆਂ ਸ਼ਰਤਾਂ ਹੈਗੀਆਂ ਔਰ ਕਿੰਨਾ ਇਨਾਮ ਜਿਹੜਾ ਹੈਗਾ ਆ ਉਹ ਤੁਹਾਡੀ ਸੁਸਾਇਟੀ ਵੱਲੋਂ ਜਿਹੜਾ ਉਹ ਹੈਗਾ। ਹਾਂਜੀ, ਸਾਡੀ ਸੁਸਾਇਟੀ ਨੇ ਜਿਹੜਾ ਇਸ ਵੇਲੇ ਨਵਦੀਪ ਜੀ 1 ਲੱਖ ਪਾਉਂਡ ਇਨਾਮ ਰੱਖਿਆ ਹੋਇਆ। ਸਾਡੀਆਂ 13 ਜਾਂ 14 ਸ਼ਰਤਾਂ ਜੀ, ਤੇ ਮਤਲਬ ਪਹਿਲੇ ਇਨੀਸ਼ੀਅਲੀ ਜਦੋਂ ਇਹ ਡਾਕਟਰ ਕਬੂਰ ਉਹਨਾਂ ਤੋਂ ਸ਼ੁਰੂ ਹੁੰਦੀ ਆ ਉਦੋਂ 23 ਸ਼ਰਤਾਂ ਸੀਗੀਆਂ ਜੀ, ਔਰ ਉਹਨਾਂ ਵਿੱਚੋਂ ਕੋਈ ਵੀ ਇੱਕ ਸ਼ਰਤ ਮਤਲਬ ਧੋਖਾ ਨਾ ਹੋਣ ਵਾਲੀਆਂ ਹਾਲਤਾਂ ਵਿੱਚ ਮਤਲਬ ਕੋਈ ਵੀ ਬੰਦਾ ਜਿੱਤ ਕੇ ਉਹ 1 ਲੱਖ ਪਾਉਂਡ ਜਿਹੜਾ ਆ ਹਾਸਲ ਕਰ ਸਕਦਾ ਹੈ। ਮਿਸਾਲ ਦੇ ਤੌਰ ਤੇ ਮੇਰੇ ਜੇਬ ਦੇ ਵਿੱਚ 20 ਪਾਉਂਡ ਦਾ ਨੋਟ ਹੈ, ਉਹਦਾ ਉਹ ਸੀਰੀਅਲ ਨੰਬਰ ਦੱਸ ਦੇ, ਕਰੰਸੀ ਦਾ ਨੋਟ ਜਿਹੜਾ ਹੈ ਬੰਦ ਡੱਬੇ ਦੇ ਵਿੱਚ ਪਿਆ, ਉਹਦਾ ਉਹ ਸੀਰੀਅਲ ਨੰਬਰ ਦੱਸ ਕੇ ਇਹ ਮਤਲਬ ਸ਼ਰਤਾਂ ਵਿੱਚੋਂ ਇੱਕ ਸ਼ਰਤ ਹੈ। ਦੂਸਰਾ ਹੈ ਉਹ ਜਿਹੜੀ ਕਹਿੰਦਾ ਭੂਤ ਪ੍ਰੇਤ ਦੀ ਫੋਟੋ ਮਤਲਬ ਦੇ ਸਕਦਾ ਹੋਵੇ ਜੀ, ਤੇ ਉਹ ਆਪਾਂ ਨੂੰ ਮਤਲਬ ਜਿਹੜਾ ਉਹ ਇੱਕ ਜਗ੍ਹਾ ਤੇ ਬੈਠਾ ਉਹ ਦੂਏ ਥਾਂ ਜਾ ਕੇ ਮਤਲਬ ਆਪਣਾ ਜਿਹੜੀ ਆ ਉਹ ਪਿਕਚਰ ਜਾ ਸਕਦਾ ਹੋਵੇ ਜੀ ਜੀ। ਜਿਹੜੀ ਚੀਜ਼ ਦੀ ਅਸੀਂ ਮੰਗ ਕਰੀਏ ਉਹਨੂੰ ਹਵਾ 'ਚੋਂ ਹਾਜ਼ਰ ਕਰ ਸਕਦਾ ਹੋਵੇ। ਹਾਂ ਵਿਦ ਜੀ, ਆਪਾਂ ਜੇ 1 ਮਿੰਟ ਹੋਲਡ ਕਰੀਏ, ਮੇਰੇ ਖਿਆਲ ਇੱਕ ਕਾਲ ਆ ਰਹੀ ਸੀਗੀ, ਮੈਂ ਜਾਣਨਾ ਚਾਹੂੰਗਾ ਸਟੂਡੀਓ ਤੋਂ ਕਿ ਉਹ ਕਾਲ ਹੈ ਹਾਲੇ ਲਾਈਵ, ਜੇ ਹੈਗੀ ਆ ਤੇ ਮੇਰੀ ਗੁਜ਼ਾਰਿਸ਼ ਇਹ ਹੈਗੀ ਆ ਕਿ ਅਗਰ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਸਕੀਏ। ਹਾਂਜੀ, ਹੈਲੋ ਜੀ, ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਹਾਂਜੀ, ਕੀ ਤੁਹਾਨੂੰ ਜੀ ਆਇਆ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਤਾਂ ਵੱਡੀ ਗੱਲ ਆ ਵੀ ਜਿਹੜਾ ਆਪਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਜੀ, ਇਹ ਬਹੁਤ ਵਧੀਆ ਪ੍ਰੋਗਰਾਮ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਕਿਉਂਕਿ ਦੇਖੋ, ਜਿਹੜਾ ਆਪਾਂ ਕੋਈ ਵੀ ਜਿਹੜੇ ਵਿਚਾਰ ਪੇਸ਼ ਕਰਦੇ ਆ, ਜਿਹੜੇ ਤਰਕਸ਼ੀਲ ਵਿਚਾਰਾਂ ਦੀ ਬਹੁਤ ਲੋੜ ਆ ਜੀ, ਕਿਉਂਕਿ ਲੋਕਾਂ ਨੂੰ ਬਿਲਕੁਲ ਪਤਾ ਹੀ ਨਹੀਂ ਵੀ ਇਹ ਕੀ ਵਿਚਾਰ ਆ ਜੀ, ਕਿਉਂਕਿ ਜ਼ਿਆਦਾ ਲੋਕ ਸੁਣੀਆਂ ਸੁਣਾਈਆਂ ਗੱਲਾਂ ਯਕੀਨ ਕਰਦੇ ਆ ਜੀ, ਲੋਕਾਂ ਦੇ ਵਿੱਚ ਲਾਈ ਲੱਗਦਾ ਹੈ ਜੀ, ਭੇਡ ਚਾਲ ਹੈ ਹਾਂਜੀ। ਕਿਉਂਕਿ ਕੋਈ ਵੀ ਜਿਹੜਾ ਕੰਮ ਜਿਹੜਾ ਤੁਸੀਂ ਸੋਚ ਵਿਚਾਰ ਕੇ ਕਰਨਾ ਉਹ ਤਰਕਸ਼ੀਲ ਵਿਚਾਰ ਆ ਜੀ। ਕਿਉਂਕਿ ਹੁਣ ਦੇਖੋ ਵੀ ਤੁਹਾਡੇ ਕੋਲ ਟਾਈਮ ਦੀ ਬਹੁਤ ਕਮੀ ਆ, ਮੈਨੂੰ ਖੁਦ ਪਹਿਲਾਂ ਇਹ ਪਤਾ ਨਹੀਂ ਸੀ ਜੀ, ਕਿਉਂਕਿ ਮੈਂ ਬਚਪਨ ਦੇ ਵਿੱਚ ਦੇਖਿਆ ਮੇਰੇ ਪਿਤਾ ਜੀ ਬਿਲਕੁਲ ਪੜ੍ਹੇ ਹੋਏ ਨਹੀਂ ਸੀ ਜੀ, ਕਿਉਂਕਿ ਮੈਂ ਜਦ ਉਹਨਾਂ ਦੀਆਂ ਜਿਹੜੀਆਂ ਗੱਲਾਂ ਤੋਂ ਦੇਖਿਆ ਵੀ ਉਹ ਜਿਹੜੇ ਗਲਤ ਕੰਮ ਕਰਦੇ ਸੀ ਉਹਨਾਂ ਨੂੰ ਉਹ ਰੋਕਦੇ ਸੀ ਹਾਂਜੀ। ਕਿਉਂਕਿ ਦੇਖੋ ਵੀ ਹੁਣ ਜੇ ਤੁਸੀਂ ਕੁਝ ਵੀ ਕਮਾਈ ਕਰਨੀ ਹੈ ਉਹ ਤਾਂ ਕਿਰਤ ਕਰਨੀ ਪੈਣੀ ਹੈ। ਬਿਲਕੁਲ, ਦੇਖੋ ਵੀ ਕਿੰਨਾ ਕਿਰਤੀਆਂ ਨੂੰ ਕੰਮ ਕਰਨਾ ਪੈਂਦਾ, ਪਰ ਜਿਹੜੇ ਇਦਾਂ ਦੇ ਲੋਕ ਆ ਉਹ ਕਿਰਤ ਨਹੀਂ ਕਰਦੇ ਹਾਂਜੀ। ਬਿਲਕੁਲ, ਕੋਈ ਨਾ ਕੋਈ ਢੰਗ ਟੋਲ ਲੈਂਦੇ ਆ ਹਾਂਜੀ ਹਾਂਜੀ। ਜਿੱਦਾਂ ਮੈਂ ਬਚਪਨ ਦੇਖਿਆ ਵੀ ਹਰੇਕ ਮਹੱਲੇ 'ਚ ਤੁਹਾਨੂੰ ਵੀ ਪਤਾ ਹੋਣਾ ਵੀ ਉਹਨੀ ਜਗ੍ਹਾ ਬਣਾਈ ਆ ਹਾਂਜੀ, ਉਹ ਜਿਹੜੀਆਂ ਜਗ੍ਹਾ ਬਣਾਈਆਂ ਜਿਹੜੇ ਉਹਨਾਂ ਦੇ ਇੰਚਾਰਜ ਆ ਉਹ ਮੁਫਤ 'ਚ ਖਾਂਦੇ ਆ। ਬਿਲਕੁਲ, ਉਹ ਲੋਕਾਂ ਨੂੰ ਇਦਾਂ ਦਾ ਕਹਿੰਦੇ ਆ ਵੀ ਜੇ ਤੁਹਾਡੇ ਮੱਝ ਸੂਈ ਆ ਤਾਂ ਤੁਸੀਂ ਪਹਿਲਾਂ ਦੁੱਧ ਇੱਥੇ ਲਿਆਇਓ ਹਾਂਜੀ, ਦਹੀਂ ਇੱਥੇ ਚੜਾਇਓ ਜੀ। ਕਿਉਂਕਿ ਹੁਣ ਤੁਸੀਂ ਦੇਖੋ ਵੀ ਜਿਹੜੇ ਮੱਝ ਨੂੰ ਪਾਲਣ ਵਾਲੇ ਆ ਉਹ ਤਾਂ ਮਿਹਨਤ ਕਰਦੇ ਆ ਹਾਂਜੀ, ਉਹਨਾਂ ਨੂੰ ਮੁਫਤ ਦੇ ਵਿੱਚ ਦੁੱਧ ਮਿਲਦਾ ਤੇ ਦਹੀਂ ਮਿਲਦਾ ਬਿਲਕੁਲ। ਉਹ ਪਰ ਮੈਂ ਫਿਰ ਉਹ ਪਹਿਲਾਂ ਮੈਂ ਉਦੋਂ ਬਚਪਨ ਦੇ ਵਿੱਚ ਸੀ ਵੀ ਸਾਡੇ ਵੀ ਏਦਾਂ ਘਟਨਾ ਵਾਪਰੀ ਸੀ ਤਾਂ ਮੇਰੇ ਪਿਤਾ ਜੀ ਰੋਕਦੇ ਸੀ ਵੀ ਏਦਾਂ ਕਰੋ ਨਾ ਹਾਂਜੀ, ਪਰ ਉਹ ਇਕੱਲੇ ਸੀਗੇ, ਜਾਣੀ ਮੈਂ ਕਹਿਣਾ ਵੀ ਕੋਈ ਘਰ ਦਾ ਕੋਈ ਬਿਮਾਰ ਨਾ ਹੋ ਜਾਵੇ ਜੀ, ਕੋਈ ਸਾਡਾ ਕੰਮ ਨਾ ਸਿਰੇ ਚੜੇ ਹਾਂਜੀ। ਉਹ ਦੇਖੋ ਏਦਾਂ ਦੀਆਂ ਗੱਲਾਂ ਹੈਗੀਆਂ, ਪਰ ਉਹ ਫਿਰ ਮੇਰੇ ਮਨ ਦੇ ਵਿੱਚ ਉਦੋਂ ਹੀ ਜਾਣੀ ਉਹ ਜਿਹੜੀ ਘਟਨਾ ਮੈਂ ਦੇਖੀ ਵੀ ਉਹ ਸਾਡੇ ਘਰ 'ਚ ਏਦਾਂ ਹੋਇਆ ਹਾਂਜੀ, ਤਾਂ ਉਹ ਦੂਨਾ ਜਾਣੀ ਹੈ ਨਾ ਜਿਹੜਾ ਪਹਿਲਾ ਮੱਝ ਦਾ ਦੁੱਧ ਸੀ ਉਹਦਾ ਉਹ ਉੱਥੇ ਲੈ ਕੇ ਗਏ ਜੀ। ਉਹ ਜਿਹੜਾ ਬੰਦਾ ਇੰਚਾਰਜ ਸੀ, ਅਸੀਂ ਮੈਂ ਵੀ ਨਿਆਣਿਆਂ ਦੇ ਵਿੱਚ ਕੌਲੀ ਲੈ ਕੇ ਖੜ ਗਿਆ ਉੱਥੇ ਹਾਂਜੀ। ਉਹ ਜਾਣੀ ਉਹਨੂੰ ਦਹੀਂ ਵੰਡਣਾ ਸੀ, ਪਹਿਲਾਂ ਧੂਪ ਜਾਣੀ ਸ਼ੁਰੂਆਤ ਕਰਨੀ ਸੀ ਜੀ। ਉਸ ਬੰਦੇ ਨੇ ਕੀ ਕੀਤਾ ਹੈ ਨਾ, ਮੈਂ ਦੇਖਿਆ ਮੇਰੇ ਕੋਲ ਵੀ ਕੌਲੀ ਸੀ, ਮੇਰੇ ਮੋਹਰੇ ਵੀ ਬੱਚੇ ਖੜੇ ਸੀ,
ਹੁਣ ਪਹਿਲਾਂ ਜਾਨੀ ਥੋੜਾ ਜਿਹਾ ਕੱਢ ਕੇ ਕੀਤਾ ਤਾਂ ਜਿਹੜੀ ਮਲਾਈ ਸੀ ਨਾ, ਹਾਂਜੀ, ਸਾਰੀ ਮਲਾਈ ਹੁਣ ਕੱਢ ਕੇ ਪਹਿਲਾਂ ਆਪਣੇ ਥਾਲ 'ਚ ਪਾਈ ਜੀ, ਤੇ ਬਾਕੀ ਤਾਂ ਦਹੀਂ ਰਹਿ ਗਿਆ ਜੀ, ਉਹ ਜਾਨੀ ਸਾਨੂੰ ਥੋੜਾ ਥੋੜਾ ਉਹਨੂੰ ਪਾਤਾ। ਹਾਂਜੀ, ਉਹ ਜਦ ਪਾਤਾ ਤਾਂ ਮੈਂ ਫਿਰ ਆ ਕੇ ਜਾਨੀ ਆਪਣੀ ਦਾਦੀ ਨੂੰ ਦੱਸਿਆ, ਮੈਂ ਕਿਹਾ ਵੀ ਇਹ ਜਿਹੜਾ ਦਹੀਂ ਆ ਇਹ ਕਿਤੇ ਮੱਝ ਤਾਂ ਆਪਣੀ ਵੀ ਸਾਰਾ ਕੁਝ ਆਪਾਂ ਕੀਤਾ। ਹਾਂਜੀ, ਮੈਂ ਕਿਹਾ ਵੀ ਉਹ ਜਿਹੜਾ ਬਜ਼ੁਰਗ ਉਹ ਮੇਰੇ ਪਿਤਾ ਦਾ ਹਾਣੀ ਸੀ, ਉਹ ਜੀ, ਉਹ ਕੰਮ ਨਹੀਂ ਸੀ ਕਰਦਾ, ਵਾ ਆਹੀ ਕੰਮ ਸੀ ਜੀ, ਕਦੇ ਕਿਸੇ ਨੂੰ ਕੁਛ ਕਹਿ ਦੇਣਾ, ਕਿਸੇ ਨੂੰ ਕੁਛ ਕਹਿ ਦੇਣਾ। ਹਾਂਜੀ, ਪਰ ਉਹ ਫਿਰ ਮੇਰੇ ਦਾਦੀ ਨੇ ਜਾਨੀ ਗੱਲ ਮੇਰੀ ਸੁਣੀ ਜੀ, ਔਰ ਪਹਿਲਾਂ ਤਾਂ ਪਿਤਾ ਜੀ ਰੋਕਦੇ ਸੀ ਵੀ ਇਹ ਕਰੋ ਨਾ, ਪਰ ਉਹ ਬਾਕੀ ਜਿਹੜੇ ਜ਼ਿਆਦਾ ਮੈਜੋਰਟੀ 'ਚ ਲੋਕ ਏਦਾਂ ਕਰਦੇ ਆ। ਹਾਂਜੀ, ਪਰ ਉਹ ਦੇਖੋ ਵੀ ਮੈਂ ਜਾਨੀ ਉਹ ਮਾਂ ਦਾਦੀ ਨੂੰ ਕਿਹਾ ਤਾਂ ਉਹ ਫਿਰ ਜਾਨੀ ਕਹਿੰਦੀ ਵੀ ਕੋਈ ਨਹੀਂ ਬਈ ਗਾਹ ਨਹੀਂ ਕਰਦੇ ਜੀ। ਮੈਂ ਕਿਹਾ ਵੀ ਦੇਖੋ ਮਲਾਈ ਤਾਂ ਉਹ ਲੈ ਗਿਆ, ਮੁਫਤ ਦੀ ਲੈ ਗਿਆ। ਹਾਂਜੀ, ਹੁਣ ਮੈਂ ਦੇਖਿਆ ਵੀ ਜਾਨੀ ਇਹ ਜੋ ਕੁਝ ਵੀ ਹੈ, ਜੇ ਤੁਸੀਂ ਕਿੰਤੂ ਪਰੰਤੂ ਨਹੀਂ ਹੈ ਨਾ ਕਰਦੇ, ਜੀ, ਇਹ ਏਦਾਂ ਹੀ ਚੱਲੀ ਜਾਣਾ। ਹਾਂਜੀ, ਔਰ ਜਿਹੜੇ ਮੁਫਤ ਖੋ ਰਹੇ ਉਹਨਾਂ ਨੂੰ ਤਾਂ ਮਿਲ ਹੀ ਜਾਣਾ। ਬਿਲਕੁਲ, ਇਹ ਬਹੁਤ ਦੇਖੋ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ, ਮੈਂ ਤੁਹਾਡੀ ਬਹੁਤ ਸ਼ਲਾਘਾ ਕਰਦਾ, ਕਿਉਂਕਿ ਜਦ ਵੀ ਲੋਕਾਂ ਦਾ ਕਲਿਆਣ ਹੋਣਾ ਤਾਂ ਵਿਚਾਰ ਸਹੀ ਕੀਤਿਆਂ ਤੇ ਹੀ ਆਉਣਾ। ਬਿਲਕੁਲ, ਬਿਲਕੁਲ, ਜੇ ਅਸੀਂ ਹੈ ਨਾ ਕਵਾਂਗੇ ਵੀ ਰਹਿਣ ਦੇ ਉੱਪਰ ਏਦਾਂ ਕਰੀ ਜਾਣਾ, ਉਹ ਪੂਰੇ ਕਰੀ ਜਾਣਾ, ਫੇਰ ਤਾਂ ਲੋਕਾਂ ਨੇ ਕਰੀ ਜਾਣਾ। ਜਾਨੀ ਕੋਈ ਵੀ ਜਿਹੜਾ ਤੁਸੀਂ ਕਾਰਜ ਕਰਦੇ ਆ, ਜਾਂ ਤਾਂ ਉਹ ਤਰਕਹੀਣ ਹੈ ਜਾਂ ਤਰਕਸ਼ੀਲ ਆ। ਹਾਂਜੀ, ਚੌਹਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਗਾ। ਮੈਂ ਬਹੁਤ ਆਪਣੀ ਸ਼ਲਾਘਾ ਕਰਦਾ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਸਾਡੇ ਜਿਹੜੇ ਖੋੜ ਕਾਲਰ ਹੈਗੇ ਉਹ ਵੇਟ ਕਰ ਰਹੇ ਹੈਗੇ ਆ। ਹੈਲੋ ਜੀ, ਅੱਛਾ ਜੀ, ਹਾਂਜੀ ਬਲਵੀਰ ਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਉਹ ਇਹੀ ਸੀਗੀ ਵੀ ਇਹ ਜਿਹੜਾ ਤੁਹਾਡਾ ਚੈਲੰਜ ਹੈਗਾ ਆ, ਸੋ ਇਹਦੀਆਂ ਆਪਾਂ ਕੁਇਕਲੀ ਜੇ ਤੁਸੀਂ ਇੱਕ ਦੋ ਜਿਹੜੀਆਂ ਸ਼ਰਤਾਂ ਹੈਗੀਆਂ ਮੋਟੇ ਤੌਰ ਤੇ ਉਹ ਤੁਸੀਂ ਸਾਨੂੰ ਦੱਸ ਦਿਓ ਜੀ, ਤੇ ਆਪਾਂ ਪਹਿਲਾਂ ਕਾਲ ਲੈ ਲਈਏ ਕਿ ਫਿਰ ਤੁਸੀਂ ਆਪਣੀ ਗੱਲ ਕਰਨੀ ਚਾਹੁੰਦੇ ਹੋ? ਕਾਲ ਲੈ ਲਓ। ਅੱਛਾ ਜੀ, ਠੀਕ ਆ। ਹੈਲੋ ਜੀ। ਨਮੋ ਬੁੱਧਾ, ਜੈ ਭੀਮ, ਜੈ ਗੁਰਦੇਵ, ਜੈ ਭਾਰਤ ਜੀ। ਤੁਹਾਨੂੰ ਤਿੰਨਾਂ ਨੂੰ ਪ੍ਰਣਾਮ ਤੇ ਕਾਂਸੀ ਟੈਲੀਵਿਜ਼ਨ ਨੂੰ ਪ੍ਰਣਾਮ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਆ, ਮੈਂ ਤਾਂ ਤੁਹਾਡੇ ਪੈਰਾਂ ਦੀ ਧੂੜ ਵੀ ਨਹੀਂ ਗਈ, ਪਰ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਰੱਖਿਆ ਹੈ ਇੱਕ ਜ਼ਿੰਦਗੀ ਦਾ ਸਾਧਨ ਆ, ਇਹੋ ਹੀ ਤੇ ਆਪਾਂ ਨੂੰ ਲੁੱਟ ਕੇ ਲਿਜਾਂਦਾ ਆ ਜੀ। ਮੈਂ 83 ਹੋ ਗਈ, ਮੈਂ 58 ਦੀ ਆਈ ਆ ਇੰਗਲੈਂਡ ਵਿੱਚ, ਜਦੋਂ ਇੱਥੇ ਕੁਝ ਵੀ ਨਹੀਂ ਸੀ ਹੁੰਦਾ ਜੀ। ਪਰ ਆ ਜਿਹੜੇ ਮੇਰੇ ਪੇਰੈਂਟ ਉਹ ਇਦਾਂ ਦੇ ਕੰਮ ਨਾ ਦੇਖੇ ਸੀ ਤੇ ਨਾ ਅਸੀਂ ਕੀਤੇ ਆ ਤੇ ਨਾ ਮੈਨੂੰ ਚੰਗੇ ਲੱਗਦੇ ਆ ਜੀ। ਮੈਂ ਇੱਕ ਜ਼ਿੰਦਗੀ 'ਚ ਸੁੱਖਿਆ, ਜੇ ਮੈਂ ਤੇਲੇ ਟੋਏ ਪੱਟਣੇ ਤਾਂ ਮੈਂ ਹੀ ਵਿੱਚ ਡਿੱਗਣਾ। ਬਿਲਕੁਲ ਬਿਲਕੁਲ। ਜੇ ਮੈਂ ਤੁਹਾਡਾ ਕੰਮ ਚੰਗਾ ਕਰੂ ਤਾਂ ਰੱਬ ਨੇ ਮੇਰਾ ਆਪੇ ਕਰ ਦੇਣਾ। ਹਾਂਜੀ ਹਾਂਜੀ। ਇੱਕ ਨਾ ਗੱਲ ਹੈ ਕਿ ਦੁਆ ਕਿੱਦਾਂ ਲੱਗਦੀ ਤੇ ਬਦ ਦੁਆ। ਆ ਮੁੰਡਾ ਜਿਹੜਾ ਪ੍ਰੋਗਰਾਮ ਕਰਦਾ ਉਹਦਾ ਮੈਨੂੰ ਨਾਂ ਭੁੱਲ ਗਿਆ, ਉਹਨੇ ਮੈਨੂੰ ਕੁਐਸਚਨ ਪਾਇਆ ਸੀਗਾ ਕੋਈ 20-25 ਸਾਲ ਪਹਿਲਾਂ, ਕਹਿੰਦਾ ਮਿਸਿਸ ਰਤੂ ਅੱਜ ਮੇਰੀ ਹੈਲਪ ਕਰ ਵੀ ਦੁਆ ਕਿੱਦਾਂ ਲੱਗਦੀ ਤਾਂ ਬਦ ਦੁਆ ਜੀ। ਮੈਂ ਕਿਹਾ ਵੀ ਮੈਂ ਕਿਹੜੀ ਰਿਪੋਰਟਰ ਹਾਂ? ਕਹਿੰਦਾ ਨਹੀਂ ਆਂਟੀ ਜੀ ਤੁਸੀਂ ਜਾਣਦੇ। ਉਹਦਾ ਇਹ ਮਤਲਬ ਹੈ ਕਿ ਆਪਾਂ ਤੁਸੀਂ ਤਿੰਨ ਇਕੱਲੀ ਆ ਨਾ, ਤੁਹਾਡੇ ਸਾਹਮਣੇ ਬੈਠੀ ਆ ਜੀ, ਜੇ ਤਾਂ ਮੈਂ ਤਿੰਨਾਂ ਦਾ ਤੁਹਾਡਾ ਚੰਗਾ ਸੋਚੂਗੀ ਤਾਂ ਜਿਹੜੀ ਮੇਰੀ ਤੁਹਾਡੀ ਆਤਮਾ ਆ ਉਹ ਮੈਨੂੰ ਸੀਸਾ ਦਿੰਦੀਆਂ ਆ ਜੀ। ਜੇ ਤੁਸੀਂ ਤਿੰਨੇ ਮੇਰਾ ਮਾੜਾ ਸੋਚੋਗੇ ਨਾ, ਜਿਹੜੀ ਤੁਹਾਡੀ ਆਤਮਾ ਆ ਉਹ ਮੈਨੂੰ ਵੱਧ ਸੀਸਾ ਦਿੰਦੇ। ਇਹ ਹੀ ਸੱਚ, ਇਹ ਹੀ ਝੂਠ, ਇਹ ਹੀ ਧਰਮ ਜੀ। ਜਿਹੜੇ ਬੱਚੇ ਆ ਨਾ, ਮਾਂ ਨੂੰ ਪਾਲਣੇ ਚਾਹੀਦੇ, ਮਾਂ ਨੂੰ ਅਕਲ ਦੇਣੀ ਚਾਹੀਦੀ ਆ। ਭਾਜੀ ਗਰੀਬੀ ਅਮੀਰੀ ਨਿਕਲ ਜਾਂਦੀ ਆ। ਮੈਂ ਇੱਕ ਜ਼ਰੂਰ ਕਹੂੰਗੀ, ਜਿਹਦੀ ਇੱਜ਼ਤ ਰਹਿ ਗਈ ਉਹਦਾ ਰੱਬ ਰਹਿ ਗਿਆ। ਦੂਸਰੀ ਗੱਲ ਇਹ, ਆਪਾਂ ਨੂੰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ। ਜਿਹੜਾ ਆਪਣੇ ਗੁਰੂ ਰਵਿਦਾਸ ਜੀ ਨੇ ਜੋ ਕੁਝ ਕੀਤਾ ਕੋਈ ਕਰ ਨਹੀਂ ਸਕਦਾ, ਪਰ ਲੋਕੀ ਤਾਂ ਉਹਨੂੰ ਜੋ ਨਾ ਕੁਝ ਕਹਿੰਦੇ। ਬਾਬਾ ਸਾਹਿਬ ਨੂੰ ਸਾਰਿਆਂ ਨੂੰ ਮੈਂ ਤੁਹਾਡੇ ਮੂਹਰੇ ਹੱਥ ਜੋੜਦੀ, ਜਿੱਥੇ ਇਕੱਠ ਉੱਥੇ ਬਾਟਾ, ਇਕੱਠੇ ਹੋ ਕੇ ਧਰਮ ਦਾ ਕੰਮ ਕਰੋ। ਦਾਜ ਦੇ ਇਹਨੂੰ ਅੱਗ ਲਾ ਦੋ, ਬੱਚੇ ਪੜਾ ਲਓ, ਫੁੱਲਾਂ ਦੇ ਹਾਰ ਪਾਉਣ, ਨਾ ਕੁੜੀ ਵਾਲੇ ਕਰਜ਼ਾ ਲੈਣ ਨਾ ਮੁੰਡੇ ਵਾਲੇ, ਆਪੇ ਰਾਜੇ ਬਣ ਗਏ। ਉਹੀ ਬੱਚੇ ਨੂੰ ਅਕਲ ਦੇ ਦਿਓ, ਬੇਟੀ ਹੋਵੇ ਜਾਂ ਬੇਟਾ ਹੋਵੇ। ਜੇ ਅਕਲ ਆਊ ਤਾਂ ਉਜੜੇ ਬਾਜ ਜਾਣਗੇ, ਜੇ ਅਕਲ ਨਹੀਂ ਤਾਂ ਬੱਸ ਦੇ ਵੀ ਉਜਾੜ ਦਿੰਦੇ ਆ। ਜੇ ਮੇਕੋ ਕੋਈ ਗਲਤ ਲਫ਼ਜ਼ ਕਹਿ ਹੋ ਗਿਆ ਮੈਨੂੰ ਮਾਫ ਕਰਿਓ। ਮੈਂ ਤੁਹਾਨੂੰ ਇਹ ਪ੍ਰਣਾਮ ਕਰਦੀ ਆ, ਜੇ ਤੁਸੀਂ ਸ਼ੁਰੂ ਕੀਤਾ ਨਾ ਇਹ ਸੁੱਤਿਆਂ ਨੂੰ ਜਗਾ ਦਿਓ। ਕਿਸੇ ਦਾ ਬੁਰਾ ਨਾ ਕਰੋ, ਨਾ ਝੂਠ ਬੋਲੋ, ਨਾ ਬੁਰਾ ਤੱਕੋ, ਪਿਆਰ ਕਰੋ, ਪਿਆਰ ਲਾਵੋ। ਬਿਲਕੁਲ ਬਿਲਕੁਲ ਭੈਣ ਜੀ, ਬਹੁਤ ਬਹੁਤ ਨਾਮੋ ਬੁੱਧਾ, ਜੈ ਭੀਮ, ਜੈ ਗੁਰਦੇਵ, ਜੈ ਭਾਰਤ। ਜੈ ਗੁਰਦੇਵ ਜੀ। ਸੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਅਸੀਂ ਇਹੀ ਗੱਲ ਕਹਿੰਦੇ ਆ ਕਿ ਕੋਈ ਜਿਹੜੀ ਹੈਗੀ ਆ ਅਸੀਸ ਬਦ ਅਸੀਸ ਨਹੀਂ ਹੁੰਦੀ। ਅਸੀਂ ਇਹ ਜ਼ਰੂਰ ਜਿਹੜਾ ਹੈਗਾ ਮੰਨ ਕੇ ਚੱਲਦੇ ਆ ਕਿ ਮੇਰੇ ਖਿਆਲ ਮੇਰੇ ਸਾਥੀ ਜਿਹੜੇ ਇਹ ਇੱਧਰ ਬੈਠੇ ਹੈਗੇ ਆ ਇਹਦੇ ਬਾਰੇ ਥੋੜ੍ਹਾ ਜੇ ਕਹਿਣਾ ਚਾਹੁਣ ਤਾਂ ਕਹਿ ਸਕਦੇ ਆ ਜੀ ਕਿ ਜਦੋਂ ਅਸੀਂ ਦੂਸਰਿਆਂ ਦਾ ਭਲਾ ਕਰਾਂਗੇ, ਜਦੋਂ ਅਸੀਂ ਸਰਬੱਤ ਦਾ ਭਲਾ ਕਰਾਂਗੇ, ਉਸ ਸਰਬੱਤ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਵੀ ਆ ਜਾਂਦੇ ਆ। ਸੋ ਹਮੇਸ਼ਾ ਚੰਗਾ ਸੋਚੋ, ਚੰਗਾ ਕਰੋ, ਤੇ ਉਹਦੇ ਵਿੱਚ ਜਦੋਂ ਅਸੀਂ ਚੰਗਾ ਸੋਚਾਂਗੇ, ਚੰਗਾ ਕਰਾਂਗੇ ਤਾਂ ਅਸੀਂ ਇੱਕ ਚੰਗਾ ਸਮਾਜ ਜਿਹੜਾ ਆ ਉਹ ਸਿਰਜਾਂਗੇ। ਜਦੋਂ ਸਾਡਾ ਸਮਾਜ ਚੰਗਾ ਹੋਊਗਾ, ਜਿਵੇਂ ਵਿਰਧ ਜੀ ਹੁਣਾਂ ਨੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਤੁਹਾਡੀ ਸਿਹਤ ਦੇ ਲਈ, ਤੁਹਾਡੇ ਸਿਹਤਯਾਬ ਰਹਿਣ ਦੇ ਲਈ ਚੰਗੇ ਸਮਾਜ ਦੀ ਜਿਹੜੀ ਹੋਣੀ ਉਹ ਬਹੁਤ ਜ਼ਰੂਰੀ ਆ। ਜਿੰਨਾ ਚਿਰ ਅਸੀਂ ਸਾਰੇ ਭਲਾ ਨਹੀਂ ਕਰਦੇ ਇੱਕ ਦੂਸਰੇ ਦਾ, ਇੱਕ ਦੂਸਰੇ ਦੇ ਲਈ ਹੈਲਪ ਨਹੀਂ ਕਰਦੇ, ਉਹਨਾਂ ਚਿਰ ਵਧੀਆ ਸਮਾਜ ਨਹੀਂ ਸਿਰਜਿਆ ਜਾ ਸਕਦਾ। ਔਰ ਹਾਂਜੀ ਬਲਵੀਰ ਜੀ ਤੁਸੀਂ ਕੁਝ ਨਵਦੀਪ ਜੀ, ਜਿੱਦਾਂ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਜੀ, ਇਹ ਪ੍ਰੋਗਰਾਮ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਦਾ ਇਹ ਇੱਕ ਮੁੱਖ ਉਦੇਸ਼ ਹੈਗਾ ਕਿ ਅਸੀਂ ਸਿਹਤਮੰਦ ਸਮਾਜ ਦੀ ਉਸਾਰੀ ਦੇ ਵਿੱਚ ਯੋਗਦਾਨ ਪਾਉਣਾ ਜੀ। ਅਸੀਂ ਇੱਕ ਸਿਹਤਮੰਦ ਜਿਹੜਾ ਹੈਗਾ ਸਮਾਜ ਉਹ ਸਿਰਜਣਾ, ਤਾਂ ਉਹਦੇ ਵਾਸਤੇ ਇਹ ਹੈਗਾ ਕਿ ਅਸੀਂ ਸਮਾਜਿਕ ਬਰਾਬਰੀ ਹਾਂਜੀ ਤੇ ਨਿਆਂ ਅਤੇ ਭਾਈਚਾਰਕ ਸਾਂਝ ਜੀ ਅਸੀਂ ਉਸ ਵਾਸਤੇ ਹਾਂਜੀ ਸਾਂਝ ਪਾਉਣੀ ਆ, ਉਤਸ਼ਾਹਿਤ ਕਰਨਾ। ਇਹ ਸਾਡਾ ਇੱਕ ਮੇਨ ਉਦੇਸ਼ ਹੈਗਾ। ਬਿਲਕੁਲ ਸਾਡਾ ਜਿਹੜਾ ਉਦੇਸ਼ ਉਹ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਧਰਮ ਦੇ ਜਾਂ ਅਸੀਂ ਹੋਰ ਕਿਸੇ ਦੇ ਕੋਈ ਖਿਲਾਫ ਨਹੀਂ ਹੈਗੇ। ਹਾਂਜੀ ਅਸੀਂ ਜਾਗਰੂਕ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਜੀ, ਤਾਂ ਕਿ ਐਜੂਕੇਟ ਹੋ ਸਕਣ। ਹਾਂਜੀ ਤੇ ਐਜੂਕੇਟ ਹੋ ਕੇ ਤਾਂ ਵਧੀਆ ਜਿਹੜਾ ਹੈਗਾ ਸਮਾਜਿਕ ਢਾਂਚਾ ਉਹ ਉਸਾਰ ਸਕੀਏ। ਬਿਲਕੁਲ ਬਿਲਕੁਲ। ਹਾਂ ਨਵਦੀਪ ਜੀ, ਜਸਟ ਟੂ ਕਲੈਰੀਫਾਈ ਬਿਟ ਮੋਰ ਔਨ ਦਾ ਇਸ਼ੂ ਕਿ ਜਿਹੜਾ ਮਤਲਬ ਸਿਹਤ ਮਤਲਬ ਸਾਡੀ ਹੈਗੀ ਆ, ਇਹ ਨੈਸ਼ਨਲ ਇਸ਼ੂ, ਨੈਸ਼ਨਲ ਹੈਲਥ। ਹਾਂਜੀ, ਜਿਹੜਾ ਸਾਡਾ ਕੋਈ ਵੀ ਵਿਸ਼ਵਾਸ ਹੈ ਉਹ ਸਾਡਾ ਪਰਸਨਲ ਸਿਸਟਮ ਹੈਗਾ। ਬਿਲਕੁਲ ਹੈਗਾ। ਹਾਂਜੀ ਸਤਿੰਦਰ ਜੀ, ਤੁਸੀਂ ਜਦੋਂ ਗੱਲ ਕਰ ਰਹੇ ਸੀ ਤਾਂ ਤੁਸੀਂ ਇਹ ਜਿਹੜੀ ਚੁਣੌਤੀ ਦੀ, ਜਦੋਂ ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਸੀਗਾ ਜੀ, ਉਹਦੇ ਵਿੱਚ ਤੁਸੀਂ ਇਹ ਗੱਲ ਕੀਤੀ ਸੀ ਕਿ ਡਾਕਟਰ ਕਪੂਰ ਹੁਣਾਂ ਦਾ ਜਿਹੜਾ ਹੈਗਾ ਸ਼ੁਰੂ ਕੀਤਾ ਹੋਇਆ। ਮੈਂ ਇਹ ਜਾਣਨਾ ਚਾਹੂੰਗਾ ਕਿ ਇਹ ਡਾਕਟਰ ਕਪੂਰ ਜਿਹੜੇ ਸੀਗੇ ਉਹ ਕੌਣ ਸੀ? ਉਹਦੇ ਨਾਲ ਹੀ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਤੁਹਾਡੀ ਸੁਸਾਇਟੀ ਨੇ ਇਹ ਜਿਹੜਾ ਰੱਖਿਆ ਹੈਗਾ, ਇੱਕ ਆਪਾਂ ਪਿਛਲੇ ਹਫਤੇ ਜਿਹੜੀ ਸੀਗੀ ਗੱਲ ਕਰਦਿਆਂ ਤੁਸੀਂ ਕੁਝ ਜਿਹੜੇ ਤੁਹਾਡੇ ਸਭਾ ਦੇ ਸੁਸਾਇਟੀ ਦੇ ਪ੍ਰਧਾਨ ਰਹੇ ਆ ਸਾਬਕਾ, ਤੁਸੀਂ ਉਹਨਾਂ ਦਾ ਨਾਮ ਵੀ ਲਿਆ ਸੀਗਾ। ਇਹ ਵੀ ਮੈਂ ਜਾਣਨਾ ਚਾਹੂੰਗਾ ਕਿ ਜਿਹੜੇ ਤੁਹਾਡੇ ਜਦੋਂ ਤੁਸੀਂ ਸੁਸਾਇਟੀ ਸ਼ੁਰੂ ਕੀਤੀ ਆ ਤਾਂ ਤੁਹਾਡੇ ਜਿਹੜੇ ਪਹਿਲੇ ਪ੍ਰਧਾਨ ਸੀਗੇ ਉਹ ਕੌਣ ਸੀਗੇ? ਸੋ ਕਹਿੰਦੇ ਉਹਨਾਂ ਦੀ ਵੀ ਤੁਹਾਡੇ ਕਾਫੀ ਯੋਗਦਾਨ ਰਿਹਾ ਹੋਊਗਾ। ਇੱਕ ਤਾਂ ਇਹ ਦੱਸੋ ਕਿ ਤੁਹਾਡੇ ਉਹ ਸਾਬਕਾ ਜਿਹੜੇ ਪ੍ਰਧਾਨ ਸੀਗੇ ਪਹਿਲੇ ਉਹ ਕੌਣ ਸੀਗੇ, ਤੇ ਦੂਸਰਾ ਜਿਹੜਾ ਸੀਗਾ ਡਾਕਟਰ ਕਪੂਰ ਸੀਗਾ, ਸਾਨੂੰ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਸਭ ਤੋਂ ਪਹਿਲਾਂ ਉਦਣ ਸ਼ਾਇਦ ਸਾਡੇ ਕੋਲੋਂ ਉਹ ਕਲੀਅਰ ਨਹੀਂ, ਮਤਲਬ ਮਿਸ ਹੋ ਗਿਆ ਸ਼ਾਇਦ। ਸਾਡੇ ਜਿਹੜੇ ਸਾਬਕਾ ਪ੍ਰਧਾਨ ਅਸ਼ਰ ਸਿੰਘ ਖਾਲਵੀਰ ਹੈ ਕਵੈਂਟਰੀ ਤੋਂ, ਉਹ ਸਾਡੇ ਪਹਿਲੇ ਪ੍ਰਧਾਨ ਸੀਗੇ ਸਾਡੀ ਸੁਸਾਇਟੀ ਦੇ ਜੀ। ਤੇ ਬਾਕੀ ਤੁਸੀਂ ਗੱਲ ਕਪੂਰ ਜੀ ਦੀ ਕੀਤੀ ਆ, ਮੈਂ ਇਹ ਚਾਹੁੰਦਾ ਕਿ ਆਪਾਂ ਸ਼ਾਇਦ ਪੰਜਾਬੀ ਕਮਿਊਨਿਟੀ ਵਿੱਚ ਕਪੂਰ ਹੋਣਾ ਦਾ ਨਾਮ, ਡਾਕਟਰ ਇਬਰਾਹਿਮ ਥਾਮਸ ਕਪੂਰ, ਉਹ ਫੁੱਲ ਨਾਮ ਹੈ ਉਹਨਾਂ ਦਾ ਜੀ, ਉਹ ਸ਼ਾਇਦ ਇੰਨਾ ਮਤਲਬ ਲੋਕਾਂ ਵਿੱਚ ਨਾ ਗਿਆ ਹੋਵੇ। ਪਰ ਜਿਹੜੇ ਲੋਕ ਰੈਸ਼ਨਲ ਥਿੰਕਰ ਹੈਗੇ ਆ ਜਾਂ ਦੁਨੀਆ ਦੇ ਸਟੇਜ ਉੱਪਰ ਉਹਨਾਂ ਦਾ ਨਾਮ ਸਾਰੇ ਜਾਣਦੇ ਨੇ ਜੀ, ਪਰ ਉਹਨਾਂ ਦੇ ਉਹ ਜਿਵੇਂ ਉਹਨਾਂ ਬਾਰੇ ਤੁਹਾਨੂੰ ਇਸ ਤਰ੍ਹਾਂ ਕਹਾਂ ਕਿ ਇਬਰਾਹਿਮ ਕਪੂਰ ਤਰਕਸ਼ੀਲ ਸੁਸਾਇਟੀ ਦੇ ਮੋਢੀ, ਹਾਂਜੀ, ਤਰਕਸ਼ੀਲ ਸੁਸਾਇਟੀ ਦੇ ਕਪਤਾਨ, ਹਾਂਜੀ, ਤਰਕਸ਼ੀਲ ਸੁਸਾਇਟੀ ਦੇ ਸੈਨਾਪਤੀ, ਜਿਨ੍ਹਾਂ ਤੋਂ ਖੌਫ ਹੈ ਉਹਨਾਂ ਮਤਲਬ ਲੋਕਾਂ ਨੂੰ, ਜਿਹੜੇ ਲੋਕਾਂ ਨੂੰ ਠੱਗਦੇ ਹਨ, ਬਿਲਕੁਲ, ਜਿਹੜੇ ਢੋਂਗੀ ਬਾਬੇ ਤਾਂਤਰਿਕ ਜੋ ਵੀ ਹਨ, ਹਾਂਜੀ, ਉਹਦੇ ਲੋਕਾਂ ਨੂੰ ਮਤਲਬ ਝੂਠ ਬੋਲ ਕੇ ਠੱਗਦੇ ਆ, ਉਹਨਾਂ ਦੇ ਲਈ ਉਹ ਖੌਫ ਹੈ ਜੀ। ਔਰ ਬੇਸਹਾਰਾ ਤੇ ਮਜਬੂਰ ਤੇ ਲਾਚਾਰ ਲੋਕਾਂ ਦਾ ਉਹ ਸਹਾਰਾ ਨੇ ਜੀ। ਉਹ ਤਰਕ ਦੀ ਸੋਚ ਦੀ ਰੋਸ਼ਨੀ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਗੱਲ ਕਰਦੇ ਨੇ ਜੀ। ਤੇ ਉਹਨਾਂ ਦਾ ਜਿਹੜਾ ਜਨਮ ਹੈ ਹਾਂਜੀ, ਉਹ 10 ਅਪ੍ਰੈਲ 1898 ਨੂੰ ਕੇਰਲ ਵਿੱਚ ਹੋਇਆ ਜੀ। ਤੇ ਉਹਨਾਂ ਦਾ ਜਿਹੜਾ ਉਹ 1959 ਤੱਕ ਉਹ ਬੋਟਨੀ ਦੇ ਮੇਰੇ ਖਿਆਲ ਕਿ ਬਨਸਪਤੀ ਵਿਗਿਆਨ ਦੇ ਉਹ ਟੀਚਰ ਸੀਗੇ, ਤੇ 1959 'ਚ ਉਹ ਰਿਟਾਇਰ ਹੋਏ ਜੀ।
ਤੇ 19 ਸਤੰਬਰ 1978 ਨੂੰ ਉਹ 18 ਸਤੰਬਰ 1978 ਨੂੰ ਉਹ ਮਤਲਬ ਸ਼੍ਰੀਲੰਕਾ ਵਿੱਚ ਉਹ ਸਾਡੇ ਕੋਲੋਂ ਮਤਲਬ ਵਿਛੜ ਗਏ ਨੇ। ਔਰ 1960 ਵਿੱਚ ਉਹਨਾਂ ਨੇ ਮਤਲਬ ਆਪਣਾ ਜਿਹੜਾ ਪੂਰੇ ਦਾ ਪੂਰਾ ਜੀਵਨ ਹੈ ਉਹ ਜਿਹੜੀ ਸਿਲੋਨ ਐਸੋਸੀਏਸ਼ਨ ਰੈਸ਼ਨਲਿਸਟ ਐਸੋਸੀਏਸ਼ਨ ਬਣਾਉਣ ਤੇ ਲਗਾਇਆ ਜੀ, ਔਰ ਉਹਦੇ ਪਹਿਲੇ ਪ੍ਰਧਾਨ ਬਣੇ ਜੀ। ਔਰ ਉਹਨਾਂ ਨੇ ਇੱਥੇ 1961 ਵਿੱਚ ਉਹ ਯੂਰਪ ਵਿੱਚ ਵੀ ਆਏ ਤੇ ਯੂਰਪ ਵਿੱਚ ਉਹਨਾਂ ਨੇ ਕਿਹਾ ਯੂਨੀਅਨ ਆਫ ਰੈਸ਼ਨਲ ਥਿੰਕਰਸ, ਜਿਹੜੇ ਫ੍ਰੀ ਥਿੰਕਰਸ, ਯੂਨੀਅਨ ਆਫ ਫ੍ਰੀ ਥਿੰਕਰਸ ਉਹਨਾਂ ਨੇ ਜੁਆਇਨ ਕੀਤਾ ਤੇ ਉਹਨਾਂ ਨੇ ਮਤਲਬ ਇੰਡੀਆ ਵਿੱਚ ਵੀ ਉਹ ਮੇਰੇ ਖਿਆਲ 1960 ਤੋਂ ਲੈ ਕੇ 70 ਤੱਕ ਉਹਨਾਂ ਨੇ ਬਹੁਤ ਜਿਹੜੇ ਹੈ ਆਪਣੇ ਗੱਲਬਾਤ ਲੋਕਾਂ ਤੱਕ ਲਗਾਏ ਵੀ ਕਿੱਦਾਂ ਉਹਨਾਂ ਦਾ ਜਿਹੜਾ ਲਾਈਫ ਆ ਉਹ ਮਿਜ਼ਰੇਬਲ ਹਾਲਤਾਂ ਵਿੱਚ ਹੈਗਾ, ਉਹਦੇ ਕਾਰਨ ਕੀ ਹੈ ਤੇ ਸਾਡੇ ਸਮਾਜ ਨੂੰ ਸੋਚਣਾ ਕਿਵੇਂ ਚਾਹੀਦਾ ਹੈ। ਇਹਦੇ ਤੇ ਉਹਨਾਂ ਨੇ ਜਿਹੜਾ ਪੂਰਾ ਆਪਣਾ ਜ਼ੋਰ ਲਾਇਆ ਤੇ ਉਹਨਾਂ ਨੇ ਇੱਕ ਢੰਗ ਨਾਲ ਮਤਲਬ ਜਿਹੜਾ ਮੈਂ ਚਾਹੁੰਦਾ ਕਿ ਵੀ ਆਪਾਂ ਲੋਕਾਂ ਨਾਲ ਇਹ ਸਾਂਝ ਕਰੀਏ ਕਿ ਉਹਨਾਂ ਦੀਆਂ 3 ਕੋਟੇਸ਼ਨਾਂ ਜਿਹੜੀਆਂ ਬਹੁਤ ਸਟ੍ਰੇਟ ਫਾਰਵਰਡ ਬੇਸਿਕ ਹੈਗੀਆਂ ਜੀ, ਤੇ ਜੇ ਤੁਸੀਂ ਚਾਹੋ ਤਾਂ ਉਹ ਆਪਾਂ ਸਾਂਝੀ ਕਰ ਸਕਦੇ ਹਾਂ ਸਾਰੇ ਦਰਸ਼ਕਾਂ ਨਾਲ, ਕਿਉਂਕਿ ਉਹ ਇੱਕ ਟਾਈਪ ਨਾਲ ਉਹ ਇੱਕ ਪੈਮਾਨਾ ਹੈ ਜਿਹੜਾ ਤੁਹਾਨੂੰ ਅੱਗੇ ਤੁਰਨ ਲਈ ਸੋਚਣ ਲਈ ਇੱਕ ਦੱਸਦਾ ਹੈ ਕਿ ਤੁਹਾਨੂੰ ਜੇ ਤੁਸੀਂ ਇਦਾਂ ਸੋਚੋਗੇ ਤੁਸੀਂ ਕਿੱਦਾਂ ਬਚ ਸਕਦੇ ਆ, ਜਾਂ ਤੁਸੀਂ ਜੇ ਇਦਾਂ ਸੋਚੋਗੇ ਤੁਹਾਨੂੰ ਉਹਦਾ ਕੀ ਫਾਇਦਾ ਹੋ ਸਕਦਾ ਹੈ। ਉਹਨਾਂ ਨੇ ਮਤਲਬ ਜਿਹੜੀ ਉਹਨਾਂ ਦੀ ਪਹਿਲੀ ਕੋਟ ਸੀ ਉਹ ਕਹਿ ਰਿਹਾ ਸੀ ਕਿ ਜੋ ਆਪਣੇ ਚਮਤਕਾਰਾਂ ਨੂੰ ਪੜਤਾਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਉਹ ਧੋਖੇਬਾਜ਼ ਹੈ ਜੀ, ਤੇ ਦੂਸਰਾ ਜਿਹੜਾ ਬਿਨਾਂ ਪੜਤਾਲ ਕੀਤਿਆਂ ਮੰਨ ਲੈਂਦਾ ਹੈਗਾ ਉਹ ਲਾਈ ਲੱਗ ਹੈ ਜੀ, ਤੇ ਜਿਹੜਾ ਹਿੰਮਤ ਨਹੀਂ ਕਰਦਾ ਮਤਲਬ ਜਿਹੜਾ ਬਿਨਾਂ ਵੈਰੀਫਿਕੇਸ਼ਨ ਕੀਤਿਆਂ ਤੋਂ ਮੰਨ ਲੈਂਦਾ ਉਹ ਮੂਰਖ ਹੈ। ਕਹਿਣ ਦਾ ਮਤਲਬ ਕਿ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਵੀ ਅਸੀਂ ਕਿੱਦਾਂ ਸਮਾਜ 'ਚ ਵਿਚਰ ਰਹੇ ਹੈਗੇ ਆ, ਕਿਵੇਂ ਅਸੀਂ ਸਾਨੂੰ ਵਿਚਰਨ ਦੀ ਲੋੜ ਹੈ ਜੀ। ਉਹਨੇ ਦੋਸਤੋ ਮਤਲਬ ਆਪਣੇ ਆਪ ਵਿੱਚ ਉਹਨੇ ਆਪਣੀ ਵਿਲ ਲਿਖੀ ਸੀ, ਉਹਨੇ ਆਪਣੀ ਵਿਲ 'ਚ ਕਿਹਾ ਕਿ ਮੈਨੂੰ ਮੌਤ ਪਿੱਛੋਂ ਜ਼ਿੰਦਗੀ ਜਾਂ ਮੌਤ ਦਾ ਕੋਈ ਡਰ ਨਹੀਂ ਹੈ ਜੀ, ਔਰ ਉਹਨੇ ਕਿਹਾ ਕਿ ਮੈਂ ਇੱਕ ਪਿਰਤ ਜਾਂ ਇੱਕ ਮਿਸਾਲ ਕਾਇਮ ਕਰਨੀ ਚਾਹੁੰਦਾ ਕਿ ਮੈਨੂੰ ਮਤਲਬ ਜਿਹੜਾ ਹੈ ਉਹ ਦਫਨ ਨਾ ਕੀਤਾ ਜਾਵੇ ਤੇ ਮੇਰੀਆਂ ਅੱਖਾਂ ਜਿਹੜੀਆਂ ਆ ਉਹ ਅੱਖਾਂ ਦੇ ਕੈਂਪ ਅੱਖਾਂ ਦੇ ਬੈਂਕ ਨੂੰ ਦਿੱਤੀਆਂ ਜਾਣ ਤੇ ਜਿਹੜਾ ਮੇਰਾ ਸਰੀਰ ਹੈ ਉਹ ਮੈਡੀਕਲ ਕਾਲਜ ਦੇ ਲਈ ਜਿਹੜੀ ਉਹਦੀ ਐਨਾਟੋਮੀ ਜਿਹੜੀ ਉਹਨੂੰ ਮਤਲਬ ਬਣਤਰ ਕੀ ਹੈ ਕਿਵੇਂ ਆ ਉਹਦੇ ਲਈ ਉਹ ਦਿੱਤਾ ਜਾਵੇ, ਤੇ ਜਿਹੜਾ ਪਿੰਜਰ ਹੈ ਮੇਰਾ ਉਹ ਜਿਹੜਾ ਥਰਸਟਨ ਕਾਲਜ ਹੈ ਉਹਦੀ ਸਾਇੰਸ ਲੈਬੋਰਟਰੀ 'ਚ ਦਿੱਤਾ ਜਾਵੇ ਜਿੱਥੇ ਸਟੂਡੈਂਟ ਉਹਦੇ ਬਾਰੇ ਉਹਦੇ ਜਾਣ ਸਕਣ ਦੇਖ ਸਕਣ ਜੀ। ਤੇ ਫਿਰ ਜਿਹੜਾ ਉਹਨਾਂ ਦਾ ਇਹ ਜਿਹੜਾ ਸਾਰੇ ਲਾਈਫ ਦਾ ਜੋ ਹੈ ਉਦੋਂ ਤੇ ਉਹਨਾਂ ਨੇ ਜਦੋਂ ਆਪਣਾ ਪਹਿਲਾਂ ਮੇਰੇ ਖਿਆਲ 1963 ਦੇ ਵਿੱਚ ਸਲੋਨ ਜਿਹੜਾ ਡੇਲੀ ਮਿਰਰ ਦੇ ਵਿੱਚ ਉਹਨਾਂ ਨੇ ਚੈਲੰਜ ਕੀਤਾ ਸੀ ਉਹਨਾਂ ਢੋਂਗੀ ਬਾਬਿਆਂ ਨੂੰ ਵੀ ਇਦਾਂ ਵੀ ਤੁਸੀਂ ਜਿਹੜੇ ਚਮਤਕਾਰ ਕਹਿੰਦੇ ਆ ਦਿਖਾ ਲਓ ਮੰਨ ਕਰਕੇ, ਜੇ ਤੁਹਾਡੇ ਕੋਲ ਜਿਹੜੀ ਮੇਰੀਆਂ 23 ਸ਼ਰਤਾਂ ਹੈਗੀਆਂ ਵੀ ਇਹਨਾਂ 'ਚ ਤੁਸੀਂ ਇੱਕ ਮਤਲਬ ਜਿੱਤ ਕੇ ਤਾਂ 25,000 ਰੁਪਏ ਦਾ ਇਨਾਮ ਲੈ ਸਕਦੇ ਹੈਗੇ। 1963 ਦੀ ਗੱਲ ਹੈ ਜੀ, ਤੇ ਉਹ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣਾ ਇਨਾਮ ਦੀ ਰਾਸ਼ੀ ਉਹ 1 ਲੱਖ ਰੁਪਇਆ ਕਰ ਦਿੱਤੀ ਸੀ, ਤੇ ਨਾਲ ਹੀ ਉਹਨਾਂ ਨੇ ਮਤਲਬ ਇਹ ਵੀ ਕਿਹਾ ਸੀ ਵੀ ਜੇ ਕਿਸੇ ਨੇ ਬਾਹਰੋਂ ਆਉਣਾ ਤਾਂ ਮੈਂ ਟਿਕਟ ਵੀ ਉਹਨਾਂ ਦਾ ਰੱਖ ਦਊਂਗਾ ਤੇ 1 ਲੱਖ ਰੁਪਇਆ ਸ਼੍ਰੀਲੰਕਨ ਕਰੰਸੀ ਵਿੱਚ ਵੀ ਦੇਵਾਂਗਾ ਜੀ। ਪਰ ਕੁਝ ਲੋਕਾਂ ਨੇ ਜਿਵੇਂ ਨਾ ਆਪਣੀ ਪ੍ਰਸਿੱਧੀ ਖੱਟਣ ਖਾਤਰ ਉਹਨੂੰ ਕਿਹਾ ਤੈਨੂੰ ਅਸੀਂ ਭਸਮ ਕਰ ਦਿਆਂਗੇ, ਤੈਨੂੰ ਇਹ ਕਰ ਦਿਆਂਗੇ, ਉਹਨੂੰ ਮਤਲਬ ਇੰਨੇ ਮਤਲਬ ਡਰਾਵੇ ਦਿੱਤੇ, ਮਤਲਬ ਕਹਿਣ ਦਾ ਮਤਲਬ ਕਿ ਉਹਨੂੰ ਟਾਨਾਂ ਦੇ ਹਿਸਾਬ ਨਾਲ ਤਬੀਤ ਉਹ ਜਿਹੜੇ ਉਹਨੂੰ ਮਿਲਣੇ ਸ਼ੁਰੂ ਹੋ ਗਏ ਤੇ ਉਹਨੂੰ ਦਿਹਾੜੀ ਤੇ ਬੰਦਾ ਰੱਖ ਕੇ ਉਹ ਦਬਾਉਣੇ ਪੈਂਦੇ ਸੀਗੇ ਮਤਲਬ ਇੱਥੋਂ ਤੱਕ ਉਹ। ਪਰ ਉਹਨਾਂ ਨੂੰ ਜਿੰਨਿਆਂ ਨੇ ਵੀ ਉਹਨੂੰ ਚੈਲੰਜ ਕੀਤਾ ਉਹ ਸਾਰਿਆਂ ਨੇ ਆਪਣੇ ਡਿਪੋਜ਼ਿਟ ਲੂਜ਼ ਕੀਤੇ ਨੇ, ਕੋਈ ਵੀ ਜਿੱਤ ਨਹੀਂ ਸਕਿਆ ਉਹਦੇ ਲਾਈਫ ਟਾਈਮ ਦੇ ਵਿੱਚ। ਹਾਂਜੀ, ਮੇਰਾ ਖਿਆਲ ਹੈ 63 ਤੋਂ ਜਦੋਂ ਦਾ ਚੈਨਲ ਸ਼ੁਰੂ ਹੋਇਆ ਅੱਜ ਤੱਕ ਕੋਈ ਵੀ ਨਹੀਂ ਜਿੱਤ ਸਕਿਆ। ਬਿਲਕੁਲ ਬਿਲਕੁਲ, ਉਹ ਤੋਂ ਬਾਅਦ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਉਹਨਾਂ ਨੇ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਉਹ ਅੱਜ ਸ਼੍ਰੀਲੰਕਾ ਤੱਕ ਸੀਮਤ ਨਹੀਂ ਹੈ, ਸਾਰੇ ਵਰਲਡ ਵਿੱਚ ਉਹਨਾਂ ਦਾ ਜਿਹੜਾ ਇਹ ਵਿਚਾਰ ਹੈ ਉਹਨਾਂ ਦੀ ਜਿਹੜੀ ਸੋਚ ਹੈ, ਔਰ ਅੱਜ ਕਰੋੜਾਂ ਪਾਉਂਡਾਂ ਦੇ ਮਤਲਬ ਲਿਹਾਜ਼ ਨਾਲ ਜਿਹੜੀ ਆਫਰ ਕੀਤਾ ਜਾ ਰਿਹਾ ਵੱਖ-ਵੱਖ ਸੁਸਾਇਟੀਆਂ ਦੇ ਜੇ ਸਾਰੇ ਪੈਸੇ ਇਕੱਠੇ ਕਰ ਲਈਏ, ਤਰਕਸ਼ੀਲ ਸੁਸਾਇਟੀ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਈਵਨ ਕੱਲੇ ਜੇਮਸ ਰੈਂਡੀ ਨੇ ਆਪਣੀ ਜਿਹੜੀ ਜੇਮਸ ਰੈਂਡੀ ਐਜੂਕੇਸ਼ਨ ਫਾਊਂਡੇਸ਼ਨ $1 ਮਿਲੀਅਨ ਦਾ ਨਾਮ ਉਹਨਾਂ ਨੇ ਲਾਈਫ ਟਾਈਮ ਵਿੱਚ ਆਪਣੇ 'ਚ ਰੱਖਿਆ ਜੀ।
ਤੇ ਕੋਈ ਵੀ ਮਤਲਬ ਉਹਨੂੰ ਜਿੱਤ ਨਹੀਂ ਸਕਿਆ ਹੈਗਾ। ਸਵਾਲ ਸਾਡਾ ਇਹ ਨਹੀਂ ਹੈ ਵੀ ਅਸੀਂ ਜਿੱਤਣ ਹਾਰਨ ਦੀ ਗੱਲ ਨਹੀਂ, ਅਸਲ ਸਾਡਾ ਮਕਸਦ ਕੀ ਹੈ ਇਹਦੇ ਮਗਰ, ਵੀ ਲੋਕਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾਵੇ, ਕੋਈ ਕਿਸੇ ਦੀ ਲੁੱਟ ਨਾ ਕਰੇ ਤੇ ਨਾ ਹੀ ਲੋਕ ਮਤਲਬ ਲੁੱਟ ਹੋਣ, ਤੇ ਲੋਕ ਆਪਣੇ ਆਪ ਨੂੰ ਸਵੈ ਭਰੋਸੇ ਵਿੱਚ ਜਾਣ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੇ ਲੁੱਟ ਤੋਂ ਬਚਣ। ਜੀ ਬਲਵੀਰ ਜੀ, ਜਿਹੜਾ ਡਾਕਟਰ ਕਪੂਰ ਹੋਏ ਆ, ਇਹਨਾਂ ਦੀਆਂ ਕੁਝ ਲਿਖਤਾਂ ਵੀ ਜਿਹੜੀਆਂ ਹੈਗੀਆਂ ਉਹ ਛੱਡ ਕੇ ਗਏ ਆ, ਕੋਈ ਕਿਤਾਬਾਂ ਵਗੈਰਾ ਵੀ ਉਹਨਾਂ ਨੇ ਲਿਖੀਆਂ ਹੈਗੀਆਂ, ਇਹਦੇ ਬਾਰੇ ਵੀ ਕੋਈ ਜਾਣਕਾਰੀ ਮਿਲਦੀ ਹੈ? ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, ਉਹਨਾਂ ਨੇ ਜੀ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਛਾਪੀਆਂ ਉਹ। ਹਾਂਜੀ, ਤੇ ਉਹਨਾਂ ਦੇ ਕਿਤਾਬਾਂ ਦੀ ਜਿਹੜੀ ਹੈਗੀ ਆ ਉਹ ਜਿਸ ਤਰ੍ਹਾਂ ਇੰਗਲਿਸ਼ ਦੀ ਕਿਤਾਬ ਹੈਗੀ ਆ ਵੀਕ ਔਨ ਗੋਡਮੈਨ। ਹਾਂਜੀ, ਤੇ ਗੋਡਸ ਡੀਮਨ ਐਂਡ ਸਪਿਰਿਟਸ। ਹਾਂਜੀ, ਤੇ ਹੋਰ ਉਹਨਾਂ ਜਿਹੜੀਆਂ ਕੁਝ ਸਿਲੈਕਟਡ ਜਿਹੜੀਆਂ ਉਹ ਕਿਤਾਬਾਂ ਹੈਗੀਆਂ ਜੀ, ਤਾਂ ਉਹਨਾਂ ਨੇ ਖਾਸ ਕਰਕੇ ਜਿਹੜੇ ਨਾ ਗੈਬੀ ਸ਼ਕਤੀਆਂ ਹੈਗੀਆਂ, ਹਾਂਜੀ, ਤੇ ਉਹਨਾਂ ਨੂੰ ਐਕਸਪੋਜ਼ ਕਰਨ ਦੇ ਬਾਰੇ ਜਿਹੜਾ ਲਿਟਰੇਚਰ ਉਹ ਬਹੁਤ ਸਾਰਾ ਲਿਖਿਆ। ਤੇ ਉਹਨਾਂ ਦੀ ਜਿਸ ਤਰ੍ਹਾਂ ਇੱਕ ਕਿਤਾਬ ਹੈ ਪੰਜਾਬੀ ਦੀਆਂ ਕਿਤਾਬਾਂ ਤੇ ਦੇਵ ਪੁਰਸ਼ ਹਾਰ ਗਏ ਜੀ, ਇਹ ਪੰਜਾਬੀ ਦੇ ਵਿੱਚ ਮਿਲਦੀ ਆ ਜੀ। ਤੇ ਇੱਕ ਉਹਨਾਂ ਦੀ ਹੈਗੀ ਆ ਪ੍ਰੇਤ ਆਤਮਾ ਤੇ ਪੁਨਰ ਜਨਮ, ਹਾਂਜੀ, ਅਤੇ ਕਸਰਾਂ ਜੀ। ਤੇ ਜਿਹੜੀਆਂ ਇਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਨੇ ਮਤਲਬ ਜਿਹੜੀਆਂ ਇਹ ਕਰਾਮਾਤਾਂ ਹੈਗੀਆਂ ਉਹਨਾਂ ਦਾ ਪਰਦਾ ਫਾਸ਼ ਕੀਤਾ ਤਾਂ ਕਿ ਲੋਕੀ ਇਹ ਸਮਝ ਸਕਣ ਜੀ। ਤਾਂ ਇੱਕ ਉਹਨਾਂ ਦੀ ਬਹੁਤ ਹੀ ਵਧੀਆ ਕਿਤਾਬ ਹੈਗੀ ਦੇਵ ਦੈਂਤ ਤੇ ਰੂਹਾਂ ਜੀ। ਇਹ ਜਿਹੜੀਆਂ ਸਾਰੀਆਂ ਕਿਤਾਬਾਂ ਹੈਗੀਆਂ ਇਹ ਪੜ੍ਹਨਯੋਗ, ਬਹੁਤ ਵਧੀਆ ਪੜ੍ਹਨਯੋਗ ਕਿਤਾਬਾਂ, ਸਾਨੂੰ ਸਾਰਿਆਂ ਨੂੰ ਉਹ ਪੜ੍ਹਨੀਆਂ ਚਾਹੀਦੀਆਂ। ਹਾਂਜੀ, ਤਾਂ ਜੇ ਅਸੀਂ ਇਹ ਕਿਤਾਬਾਂ ਪੜ੍ਹ ਕੇ ਤਾਂ ਗਿਆਨ ਹਾਸਲ ਕਰਦੇ ਹਾਂ ਤਾਂ ਸਾਡੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਧਾਰਨਾਵਾਂ ਹੈਗੀਆਂ, ਬਹੁਤ ਸਾਰੇ ਜਿਹੜੇ ਵਹਿਮ ਆ, ਬਹੁਤ ਸਾਰੇ ਜਿਹੜੇ ਭਰਮ ਆ, ਉਹ ਮਿਟਾਉਣ ਦੇ ਵਿੱਚ ਮਦਦ ਕਰਨਗੇ ਜੀ। ਜਿਸ ਤਰ੍ਹਾਂ ਸਚਦੇਵ ਹੁਣੇ ਜ਼ਿਕਰ ਕੀਤਾ ਕਿ ਸਾਨੂੰ ਸਮੇਂ ਦਾ ਹਾਣੀ ਬਣਨ ਦੀ ਜਿਹੜੀ ਲੋੜ ਆ ਉਹ ਕਿਤਾਬਾਂ ਪੜ੍ਹਨ ਦੇ ਵਿੱਚ ਬਹੁਤ ਉਹ ਜਿਹੜੀ ਮਦਦ ਕਰਦੀਆਂ। ਹਾਂਜੀ ਬਲਵੀਰ ਜੀ, ਇਹ ਵੀ ਸੁਣਨ ਦੇ ਵਿੱਚ ਆਇਆ ਕਿ ਕਹਿੰਦੇ ਜਿਹੜੀ ਉਹਨਾਂ ਦੀਆਂ ਕਿਤਾਬਾਂ ਆ ਉਹਨਾਂ ਤੇ ਆਧਾਰਿਤ 2-3 ਫਿਲਮਾਂ ਵੀ ਜਿਹੜੀਆਂ ਹੈਗੀਆਂ ਉਹ ਬਣੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਮੇਰਾ ਖਿਆਲ ਜਿਹੜੀ ਹੈਗੀ ਆ ਮਲਿਆਲਮ ਫਿਲਮ ਹੈਗੀ ਆ, ਜਾਂ ਕੋਈ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਜਿਵੇਂ ਤਾਮਿਲ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਫਿਲਮਾਂ ਵੀ ਹੈਗੀਆਂ। ਹਾਂਜੀ, ਤੇ ਇੱਕ ਜਿਹੜਾ ਇਹ ਕਿਹਾ ਜਾਂਦਾ ਵੀ ਜਿਹੜੀ ਆਮੀਰ ਖਾਨ ਸਾਹਿਬ ਦੀ ਬੜੀ ਮਸ਼ਹੂਰ ਫਿਲਮ ਹੈਗੀ PK, ਹਾਂਜੀ, ਜਿਹਦੇ 'ਤੇ ਕਾਫੀ ਕੰਟਰੋਵਰਸੀ ਵੀ ਉਸ ਸਮੇਂ ਹੋਈ ਸੀ ਜੀ। ਸੋ ਕਹਿੰਦੇ ਸੀ ਜਿਹੜੇ ਉਹਦੇ ਵਿੱਚ ਮੁੱਖ ਪਾਤਰ ਹੈਗਾ ਆ ਜੀ, ਉਹ ਵੀ ਉਹਨਾਂ ਦੀ ਸੋਚ ਤੋਂ ਹੀ ਬਿਲਕੁਲ ਪ੍ਰਭਾਵਿਤ ਸੀਗਾ। ਹਾਂਜੀ, ਸੋ ਕਹਿੰਦੇ ਲੋ ਇਹ ਆ ਵੀ ਜਿਹੜਾ ਉਹਨਾਂ ਦਾ ਪ੍ਰਭਾਵ ਹੈਗਾ ਆ, ਉਹਨਾਂ ਦੀ ਸੋਚ ਦਾ ਪ੍ਰਭਾਵ ਹੈਗਾ ਆ, ਹਾਂਜੀ, ਉਹ ਇਕੱਲਾ ਜਿਹੜਾ ਹੈਗਾ ਉਹ ਥੋੜ੍ਹੇ ਸਮੇਂ ਲਈ ਨਹੀਂ ਸੀਗਾ, ਉਹ ਨਿਰੰਤਰ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਬਿਲਕੁਲ ਬਿਲਕੁਲ। ਇਹ ਨਵਦੀਪ ਜੀ, ਇਹਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਜੀ ਕਿ ਜਿਸ ਵੇਲੇ ਨਾ ਕੋਈ ਵੀ ਤਬਦੀਲੀ ਹਾਂਜੀ ਕਰਨੀ ਹੁੰਦੀ ਆ ਜੀ ਜਾਂ ਕੀਤੀ ਜਾਂਦੀ ਆ ਜੀ, ਤੇ ਆਮ ਕਰਕੇ ਲੋਕਾਂ ਦੀ ਧਾਰਨਾ ਇਹ ਹੁੰਦੀ ਹੈ ਕਿ ਜਿੱਦਾਂ ਜਿੱਧਰ ਨੂੰ ਗੱਡਾ ਰੁੜਿਆ ਆ ਉਹ ਰੁੜਦੇ ਗੱਡੇ ਦੇ ਉੱਤੇ ਤੁਰ ਜਾਈਏ ਤਾਂ ਬੜਾ ਸਖਾਲਾ ਹੁੰਦਾ ਜੀ ਜੀ। ਤੇ ਨਵੀਂ ਰਾਹ ਦੇ ਉੱਤੇ ਤੁਰਨਾ, ਹਾਂਜੀ, ਤੇ ਨਵੇਂ ਜਿਹੜੇ ਹੈਗੇ ਰਾਹ ਪੈਦਾ ਕਰਨਾ, ਨਵੀਆਂ ਰਾਹਾਂ ਦੇ ਉੱਤੇ ਤੁਰਨਾ ਬਹੁਤ ਬੜਾ ਔਖਾ ਹੁੰਦਾ ਜੀ। ਤਾਂ ਜਿਸ ਵੇਲੇ ਫਿਰ ਨਵੀਆਂ ਪਿਰਤਾਂ ਪੈਂਦੀਆਂ, ਨਵੇਂ ਰਾਹ ਜਿਹੜੇ ਹੈਗੇ ਆ ਉਹ ਨਿਕਲਦੇ ਆ, ਤਾਂ ਉਹਨਾਂ ਦਾ ਬੜੀ ਆਸਾਨੀ ਦੇ ਨਾਲ ਵਿਰੋਧ ਕੀਤਾ ਜਾਂਦਾ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਜਿਹੜੀ ਇਹਨਾਂ ਦੀ ਇੱਕ ਕਿਤਾਬ ਸੀਗੀ ਦੇਵ ਦੈਂਤ ਅਤੇ ਰੂਹਾਂ ਜੀ, ਤੇ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਤਾਂ ਉੱਥੇ ਉਹਦੇ ਉੱਤੇ ਬੈਨ ਲਾ ਦਿੱਤਾ ਗਿਆ ਸੀਗਾ। ਅੱਛਾ ਜੀ, ਕਿਉਂਕਿ ਜਿਹੜਾ ਨਾ ਮੌਜੂਦਾ ਜਿਹੜਾ ਉਹ ਢਾਂਚਾ ਹੁੰਦਾ ਜੀ, ਉਹ ਇਹ ਨਹੀਂ ਚਾਹੁੰਦਾ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਜੀ। ਉਹਦੇ ਵਿੱਚ ਇਹ ਐਕਸਪੈਕਟ ਕੀਤਾ ਜਾਂਦਾ ਕਿ ਜਿਹੜੇ ਪ੍ਰਚਲਿਤ ਤੌਰ ਤਰੀਕੇ ਹੈਗੇ ਆ, ਲੋਕੀ ਜਿੱਦਨ ਤੁਰੇ ਹੋ ਉਧਰ ਨੂੰ ਤੁਰੇ ਰਹਿਣ, ਤਾਂ ਕਿ ਜੋ ਕੁਝ ਅਸੀਂ ਕਰਦੇ ਹਾਂ, ਜੋ ਕੁਝ ਜਿਹੜਾ ਪ੍ਰਸ਼ਾਸਨ ਕਰਦਾ ਜਾਂ ਸਿਸਟਮ ਕਰਦਾ, ਜਾਂ ਜਿਸ ਤਰ੍ਹਾਂ ਲੋਕਾਂ ਨੂੰ ਬੁੱਧੂ ਬਣਾ ਕੇ ਤਾਂ ਉਹਨਾਂ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ, ਤਾਂ ਉਸੇ ਤਰ੍ਹਾਂ ਉਹ ਚੱਲਦਾ ਰਹੇ। ਹਾਂਜੀ 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 ਸਾਥੀਓ, ਐਡੀਸ਼ਨ ਇਹ ਹੈ ਕਿ ਉਹਨਾਂ ਨੇ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ, ਕਿ ਜਿਹੜਾ ਐਕਸਪੋਜ਼ਿੰਗ ਮਿਰੇਕਲਸ ਉਹਨਾਂ ਨੇ ਮਤਲਬ ਉਸ ਮੌਕੇ ਦੇ ਮਤਲਬ ਸਭ ਤੋਂ ਵੱਡੇ ਸਾਈਂ ਬਾਬਾ ਜਿਹੜੇ ਸੀ ਉਹਨਾਂ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਵੀ ਉਹ 2-3 ਨਾ ਮੇਨ ਮਿਰੇਕਲ ਕਰਦੇ ਹੁੰਦੇ ਸੀਗੇ ਸੱਤਿਆ ਸਾਈਂ ਬਾਬਾ ਜੀ। ਉਹਨੇ ਮਤਲਬ ਇੱਕ ਤਾਂ ਉਹ ਮੂੰਹ ਦੇ ਵਿੱਚੋਂ ਸੋਨੇ ਦਾ ਸ਼ਿਵਲਿੰਗ ਕੱਢਦੇ ਸੀ ਜੀ, ਤੇ ਦੂਸਰਾ ਜਿਹੜਾ ਉਹ ਭਭੂਤੀ ਮਤਲਬ ਸਾਰੇ ਹੱਥਾਂ ਨਾਲ ਕਰਕੇ ਤੇ ਉਹ ਸਾਰੇ ਮਤਲਬ ਹਾਲ 'ਚ ਦਿੰਦੇ ਸੀਗੇ ਜੀ। ਤਾਂ ਇਹੋ ਹੀ ਚੀਜ਼ ਜਿਹੜੀ ਸੀ ਇਹ ਮਤਲਬ ਬਾਹਰ ਇਹ ਸਾਡੇ ਮਤਲਬ ਸਾਥੀ ਕਰਦੇ ਹੁੰਦੇ ਸੀਗੇ, ਉਹਦੇ ਮਤਲਬ ਆਊਟਸਾਈਡ ਦਾ
ਬਿਲਡਿੰਗ ਜੋ ਉਹ ਕਰਦਾ ਸੀ, ਉਹ ਵੀ ਮੂੰਹ ਦੇ ਵਿੱਚੋਂ, ਪਰ ਹੁਣ ਇੰਨੇ ਅਮੀਰ ਤਾਂ ਹੈ ਨਾ ਸੀ ਵੀ ਸੋਨੇ ਦਾ ਸ਼ਿਵਲਿੰਗ ਉਹ ਕੱਢ ਸਕਣ, ਪਰ ਉਹਨਾਂ ਨੇ ਉਹ ਪੱਥਰ ਦਾ ਉਹ ਲੋਹੇ ਦਾ ਜਿਹੜਾ ਸੀ ਉਹ ਮਤਲਬ ਕਰ ਦਿੰਦੇ ਸੀਗੇ। ਫਿਰ ਜਦੋਂ ਉਹਨਾਂ ਨੇ ਇਹਨੂੰ ਲਿਖ ਕੇ ਚਿੱਠੀ ਮਤਲਬ ਕਿਹਾ ਵੀ ਸਾਨੂੰ ਦੱਸ ਵੀ ਕਿਹੜੀ ਸ਼ਕਤੀ ਆ ਉਹ ਤੁਹਾਡੇ ਪਾਸ ਇਹਨੂੰ ਕਵਰ ਕਰਨ ਲਈ, ਤਾਂ ਉਹ ਉਹਨਾਂ ਨੇ ਨਾਲ ਨਹੀਂ ਸੀ। ਪਰ ਉਹ ਤੋਂ ਬਾਅਦ ਜਿਹੜਾ ਸੀ ਉਹਨਾਂ ਨੇ ਉਹ ਬੰਦ ਕਰ ਦਿੱਤਾ ਸੀ ਕਰਨਾ, ਤੇ ਉਹ ਸਿਰਫ ਆਪਣੇ ਜਿਹੜਾ ਉਹ ਭਜਨ ਬੰਦਗੀ ਕਰਦੇ ਸੀ, ਪਰ ਉਹ ਟ੍ਰਿਕ ਨਹੀਂ ਸੀ ਵੇ ਕਰਨੇ, ਉਹਨਾਂ ਨੇ ਉਹ ਬੰਦ ਕਰ ਦਿੱਤੇ ਸੀ। ਹਾਂ, ਇਹ ਬਹੁਤ ਵੱਡੀ ਗੱਲ ਹੈਗੀ ਆ। ਬਲਵੀਰ ਜੀ ਹੁਣਾਂ ਨੇ ਕਿਹਾ ਕਿ ਜਦੋਂ ਤੁਸੀਂ ਕੋਈ ਨਵੀਂ ਲੀਹ ਪਾਉਂਦੇ ਆ ਤੇ ਉਹਦੇ ਲਈ ਤੁਹਾਡੇ ਲਈ ਜਿਹੜਾ ਹੈਗਾ ਉਹ ਬੜਾ ਔਖਾ ਹੁੰਦਾ। ਇੱਕ ਉਰਦੂ ਦਾ ਸ਼ੇਰ ਹੈਗਾ, ਮੈਨੂੰ ਜਿਹੜਾ ਯਾਦ ਆ ਰਿਹਾ, ਮੈਂ ਮਾफ़ी ਚਾਹੂੰਗਾ ਅਗਰ ਇਹ ਕਿਤੇ ਥੋੜ੍ਹਾ ਜਿਹਾ ਅੱਗੇ ਪਿੱਛੇ ਹੋ ਜਾਵੇ। ਉਹ ਕਹਿੰਦੇ ਕਿ ਜੋ ਵਹਿ ਗਏ समय की धारा में उनका नाम व निशान ना मिला, जो मुखालफ चले वो मकतल में मिले। ਮੈਨੂੰ ਜਿਹੜਾ ਮਕਤਲ ਸੀਗਾ ਉਹਦਾ ਜਿਹੜਾ ਸੀਗਾ ਸ਼ਬਦ ਸੀਗਾ ਅਰਥ ਨਹੀਂ ਸੀ ਪਤਾ, ਪਰ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਹੜਾ ਮਕਤਲ ਦਾ ਸ਼ਬਦ ਦਾ ਅਰਥ ਹੈਗਾ ਉਹ ਹੈਗਾ ਬੁੱਚੜਖਾਨਾ ਜੀ। ਕਿ ਜਿਹੜੇ ਲੋਕ ਸਮੇਂ ਦੀ ਧਾਰਾ ਵਿੱਚ ਬਹਿ ਜਾਂਦੇ ਉਹਨਾਂ ਦਾ ਤਾਂ ਉਦੋਂ ਨਾਮੋ ਨਿਸ਼ਾਨ ਹੀ ਮਿਲਦਾ, ਪਰ ਜਿਹੜੇ ਬੰਦੇ ਵਿਰੋਧੀ ਧਾਰਾ ਦੇ ਵਿੱਚ ਚੱਲਦੇ ਆ, ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ ਔਰ ਸਮਾਜ ਨੂੰ ਸਿੱਧੀਆਂ ਰਾਹਾਂ 'ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਆ, ਉਹ ਹਮੇਸ਼ਾ ਹੀ ਕਿਤੇ ਨਾ ਕਿਤੇ ਮਾਰੇ ਜਾਂਦੇ ਆ ਜਾਂ ਉਹਨਾਂ ਨੂੰ ਆਪਣੀ ਕੁਰਬਾਨੀ ਦੇਣੀ ਪੈਂਦੀ ਆ। ਸੋ ਮੇਰਾ ਖਿਆਲ ਇਹਦੀਆਂ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ। ਸਾਡੇ ਪੀਰ ਪੈਗੰਬਰ ਵੀ ਹੋਏ ਹੈਗੇ ਆ, ਸਾਡੇ ਸ਼ਹੀਦ ਵੀ ਹੋਏ ਆ। ਭਗਤ ਸਿੰਘ ਬਾਰੇ ਅਸੀਂ ਜਿਹੜੀ ਹੈਗੀ ਉਹ ਨਿਗਾਹ ਮਾਰ ਸਕਦੇ ਹੈਗੇ ਆ। ਸੋ ਉਹਨਾਂ ਦੇ ਵਿੱਚ ਹੀ ਇਹ ਵੀ ਹੈਗੇ ਆ। ਇਹਨਾਂ ਦੇ ਵਿੱਚ ਇਸੇ ਤਰਕਸ਼ੀਲ ਲਹਿਰ ਦਾ ਹਿੱਸਾ ਵੀ ਪ੍ਰੇਮਾਨੰਦ ਵੀ ਹੈਗੇ ਆ, ਹਾਂਜੀ ਬਿਲਕੁਲ, ਪੈਰੀਆਰ ਵੀ ਹੈਗੇ ਆ। ਸੋ ਕਹਿੰਦੇ ਇਹ ਇੱਕ ਲੰਬੀ ਲਿਸਟ ਹੈਗੀ ਆ। ਮੇਰੇ ਖਿਆਲ ਸਾਡੇ ਸਾਥੀ ਜਿਹੜੇ ਹੈਗੇ ਆ ਉਹ ਦੱਸਣਗੇ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੇ ਉੱਘੇ ਤਾਰਕਸ਼ੀਲ ਸੀਗੇ, ਡਾਕਟਰ ਦਬੋਲਕਰ, ਡਾਕਟਰ ਕੁਲਵਰਗੀ, ਮੈਂ ਚਾਹੁੰਦਾ ਕਿ ਤੁਸੀਂ ਦੇਖੋ ਸਾਥੀਓ ਪਹਿਲਾਂ ਸਾਡੇ ਬਾਰੇ ਹਾਂਜੀ ਥੋੜ੍ਹਾ ਜਿਹਾ ਦੱਸੋ ਕਿ ਉਹ ਵੀ ਇਹਨਾਂ ਦੀ ਸੋਚ ਨੂੰ ਅੱਗੇ ਤੋਰਨ ਵਾਲੇ ਜਿਹੜੇ ਸੀਗੇ ਉਹ ਤਰਕਸ਼ੀਲ ਲਹਿਰ ਦੇ ਬਿਲਕੁਲ ਸੀਗੇ। ਡਾਕਟਰ ਇਬਰਾਹਿਮ ਕਪੂਰ ਤੋਂ ਬਾਅਦ ਬਸਾਬਾ ਪ੍ਰੇਮਾਨੰਦਾ ਜੀ, ਉਹਨਾਂ ਨੇ ਮਤਲਬ ਜਿਹੜਾ ਹੈ, ਤੁਸੀਂ ਜੇ ਸ਼ਾਇਦ ਦਰਸ਼ਕੋ ਤੁਹਾਨੂੰ ਕਿਸੇ ਨੂੰ ਯਾਦ ਹੋਵੇ 1977 ਵਿੱਚ ਇੱਥੇ ਚੈਨਲ 4 ਤੇ ਇੱਕ ਫਿਲਮ ਆਈ ਸੀ, ਉਹਦਾ ਨਾਮ ਸੀ ਗੁਰੂ ਬਸਟਰਸ ਜੀ। ਤੇ ਗੁਰੂ ਬਸ ਜਿਹੜੀ ਸੀ ਉਹ ਵੀ ਪ੍ਰੇਮਾਨੰਦਾ ਨੇ ਬਣਾਈ ਸੀ, ਔਰ ਉਹ ਤੋਂ ਬਾਅਦ ਮਤਲਬ ਹੁਣ ਜੇ ਮਤਲਬ ਇੱਥੋਂ ਤੱਕ ਕਿ ਵੀ ਪ੍ਰੇਮਾਨੰਦਾ ਦਾ ਇੱਕੋ ਹੀ ਲੜਕਾ ਸੀ, ਉਹਨੂੰ ਵੀ ਮਤਲਬ ਮਰਵਾਇਆ ਗਿਆ ਜੀ। ਔਰ ਉਹ ਤੋਂ ਬਾਅਦ ਹੁਣ ਜਿਹੜੇ ਸਾਡੇ ਹੋਰ ਸਾਥੀ ਨਰਿੰਦਰ ਦਬੋਲਕਰ, ਪ੍ਰੋਫੈਸਰ ਕੁਲਵਰਗੀ ਤੇ ਗੌਰੀ ਲੰਕੇਸ਼ ਤੇ ਗੋਮਿੰਦ ਪੰਸਾਰੇ, ਇਹ ਮਤਲਬ ਸਮਾਜ ਵਿਰੋਧੀ ਬਿਲਕੁਲ ਨਹੀਂ, ਪਰ ਇਹਨਾਂ ਨੂੰ ਮਾਰਨ ਦੀ ਕੀ ਲੋੜ ਪੈ ਰਹੀ ਹੈ, ਕਿਉਂਕਿ ਗੱਲ ਹੈ ਸੋਚ ਨੂੰ ਮਤਲਬ ਮਿਟਾਉਣ ਦੀ, ਪਰ ਸੋਚ ਮਾਰਨ ਨਾਲ ਮਿਟਦੀ ਨਹੀਂ, ਸਗੋਂ ਉਹ ਵੱਧਦੀ ਹੈ। ਸਾਨੂੰ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਵੀ ਉਹਨਾਂ ਲੋਕਾਂ ਨੂੰ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਵੀ ਤੁਸੀਂ ਕਿਸੇ ਨੂੰ ਮਾਰ ਕੇ ਸੋਚ ਨੂੰ ਨਹੀਂ ਮਾਰ ਸਕਦੇ। ਸਾਨੂੰ ਸਮੇਂ ਦੇ ਹਾਣ ਦੇ ਬਣਨਾ ਚਾਹੀਦਾ ਆ। ਬੈਰ ਵਿਰੋਧ ਜਾਂ ਜਿਹੜੀ ਮੈਂ ਇਹ ਸਮਝਦਾ ਕਿ ਜਦੋਂ ਅਸੀਂ ਰੈਸ਼ਨਲ ਜਾਂ ਹਿਊਮਨ ਗੱਲ ਕਰਦੇ ਹਾਂ ਅਸੀਂ, ਤਾਂ ਉਹਦੇ ਵਿੱਚ ਸਾਡੇ ਵਿੱਚੋਂ 3 ਚੀਜ਼ਾਂ ਜਿਹੜੀਆਂ ਉਹ ਖਤਮ ਹੋਣੀਆਂ ਚਾਹੀਦੀਆਂ: ਇਨਿਮਿਟੀ, ਜੈਲਸੀ ਤੇ ਪ੍ਰੈਜੂਡਿਸ। ਇਹ 3 ਚੀਜ਼ਾਂ ਜਦੋਂ ਸਾਡੇ ਚੋਂ ਨਿਕਲ ਗਈਆਂ ਤਾਂ ਫਿਰ ਅਸੀਂ ਇਨਸਾਨੀ ਫਿਤਰਤ ਵੱਲ ਵੱਧਦੇ ਹਾਂ ਤੇ ਫਿਰ ਅਸੀਂ ਮਤਲਬ ਇਨਸਾਨ ਹੋਣ ਦੇ ਰੁਤਬੇ ਵੱਲ ਜਾ ਰਹੇ ਹੁੰਦੇ ਹਾਂ। ਜੀ ਜੀ। ਸੋ ਇਹਦੇ ਨਾਲ ਹੀ ਮੈਂ ਕਹਿਣਾ ਚਾਹੂੰਗਾ ਬਿਲਕੁਲ ਕਿ ਅੱਜ ਜਿਹੜਾ ਸਮਾਂ ਹੈਗਾ ਜੀ ਉਹ ਪੜ੍ਹੇ ਲਿਖੇ ਲੋਕਾਂ ਦਾ ਸਮਾਂ, ਤੇ ਅੱਜ ਦੇ ਜਿਹੜੇ ਬੱਚੇ ਹੈਗੇ ਆ ਉਹ ਹਰੇਕ ਗੱਲ ਨੂੰ ਕਿੰਤੂ ਪਰੰਤੂ ਕਰਦੇ ਆ। ਉਹ ਜਾਣਨਾ ਚਾਹੁੰਦੇ ਕਿ ਵਾਈ ਕਿਉਂ, ਕਿ ਕੁਛ ਵੀ ਹੋ ਰਿਹਾ ਉਹ ਕਿਉਂ ਹੋ ਰਿਹਾ। ਹਾਂਜੀ, ਅਕਸਰ ਹੀ ਅਸੀਂ ਦੇਖਦੇ ਹਾਂ, ਤੁਹਾਨੂੰ ਵੀ ਚੇਤੇ ਹੋਊਗਾ ਕਿ ਜਿਸ ਵੇਲੇ ਵੀ ਘਰਾਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ, ਕੋਈ ਕਹਿੰਦਾ ਵੀਰਵਾਰ ਨੂੰ ਨਹਾਉਣਾ ਨਹੀਂ ਚਾਹੀਦਾ, ਵਾਲ ਨਹੀਂ ਧੋਣੇ ਚਾਹੀਦੇ ਜੀ, ਪੇਕੇ ਨਹੀਂ ਜਾਣਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਆਪਣੀ ਮਾਵਾਂ ਨੂੰ ਪੁੱਛਦੇ ਸੀ, ਆਪਣੇ ਬਾਪ ਨੂੰ ਪੁੱਛਦੇ ਸੀ ਕਿ ਵੀ ਕਿਉਂ ਜੀ, ਤਾਂ ਉਹ ਕਹਿੰਦੇ ਹੁੰਦੇ ਸੀ ਦੱਸਾਂ ਤੈਨੂੰ ਇੰਨਾ ਵੀ ਨਹੀਂ ਪਤਾ ਜੀ, ਤੂੰ ਕਿਉਂ ਪੁੱਛਦਾ। ਹਾਂਜੀ, ਤਾਂ ਬਹੁਤ ਵਾਰੀ ਉਹਨਾਂ ਨੂੰ ਆਪ ਖੁਦ ਪਤਾ ਨਹੀਂ ਸੀ ਹੁੰਦਾ ਜੀ ਹੁੰਦਾ। ਤਾਂ ਉਹ ਇਸ ਤਰ੍ਹਾਂ ਵਹਿਮਾਂ ਦੇ ਵਿੱਚ, ਰਸਮਾਂ ਦੇ ਵਿੱਚ, ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੇ ਕਦੇ ਕਿੰਤੂ ਪਰੰਤੂ ਕੀਤਾ ਨਹੀਂ ਸੀ ਵੀ ਕਿਉਂ ਨਹੀਂ। ਜਿਸ ਤਰ੍ਹਾਂ ਬਿੱਲੀ ਦਾ ਮੂਹਰੋਂ ਲੰਘ ਜਾਣਾ, ਹਾਂਜੀ
ਹਾਂਜੀ, ਤਾਂ ਅੱਜ ਜੀ ਬੁੱਧਵਾਰ ਅੱਜ ਜੇ ਦਿਨਾਂ ਦੀਆਂ ਉਹ ਇਸ ਤਰ੍ਹਾਂ ਦੀਆਂ ਧਾਰਨਾਵਾਂ ਉਹਨਾਂ ਨੇ ਜਿਹੜੀਆਂ ਘੜੀਆਂ ਸੀਗੀਆਂ, ਲੇਕਿਨ ਅੱਜ ਦਾ ਜਿਹੜਾ ਸਮਾਜ, ਅੱਜ ਦੇ ਜਿਹੜੇ ਬੱਚੇ ਹੈਗੇ ਉਹ ਕਿੰਤੂ ਪਰੰਤੂ ਉਹ ਕਰਦੇ, ਤਾਂ ਉਹ ਇਹ ਗੱਲਾਂ ਮੰਨਣ ਤੋਂ ਇਨਕਾਰ ਕਰਦੇ। ਮੈਂ ਤੁਹਾਨੂੰ ਸਟਾਪ ਕਰਨਾ ਚਾਹੂੰਗਾ। ਮੈਂ ਇੱਕ ਸਵਾਲ ਜਿਹੜਾ ਸੀਗਾ ਉਹ ਪਿਛਲੇ ਹਫ਼ਤੇ ਵੀ ਪੁੱਛਣਾ ਚਾਹੁੰਦਾ ਸੀਗਾ ਜੀ, ਉਦੋਂ ਨਹੀਂ ਪੁੱਛ ਸਕਿਆ। ਹੁਣ ਵੀ ਸਮਾਂ ਬਹੁਤ ਥੋੜਾ, ਸਿਰਫ 2 ਮਿੰਟ ਆਪਣੇ ਕੋਲ ਰਹਿੰਦੇ ਆ। ਮੈਂ ਇਹ ਚਾਹੁੰਦਾ ਕਿ ਸਾਡੇ ਦਰਸ਼ਕਾਂ ਨਾਲ ਤੁਸੀਂ ਕੋਈ ਇੱਦਾਂ ਦੀ ਉਦਾਹਰਣ ਸਾਂਝੀ ਕਰੋ ਜਿਹੜੀ ਤੁਹਾਡੀ ਸੁਸਾਇਟੀ ਦੇ ਵਿੱਚ ਆਈ ਹੋਵੇ, ਜਿਹਦੇ ਨਾਲ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮੋੜ ਆਇਆ ਹੋਵੇ, ਉਹਨੇ ਆਪਣੀ ਕਹਿੰਦਾ ਜ਼ਿੰਦਗੀ ਬਦਲੀ ਹੋਵੇ। ਹਾਂਜੀ ਨਵਦੀਪ ਜੀ, ਮੈਂ ਆਪਣਾ 2 ਟਾਈਮ ਨੇ ਸੀ ਤੇ ਉਹ ਬੇਦੀ ਜੀ ਸਿਰਫ ਸਮੇਂ ਦਾ ਥੋੜਾ ਜਿਹਾ ਖਿਆਲ ਰੱਖਿਓ। ਹਾਂਜੀ, ਸਾਡੇ ਕੋਲ ਨਾ ਅਸੀਂ ਇੱਕ ਵਾਰੀ ਉਹ ਜਿਮ ਜਾਂਦੇ ਹੁੰਦੇ ਸੀ, ਤੇ ਅਸੀਂ ਹਰ ਵੇਲੇ ਕਹੀਦਾ ਵੀ ਜਿੱਦਾਂ ਤੁਸੀਂ ਆਪਣੀਆਂ ਕਾਰਾਂ ਦੀ MOT ਕਰਾਉਨੇ ਆ, ਆਪਣੀ ਵੀ ਸਾਲ 'ਚ ਇੱਕ ਵਾਰੀ ਕਰਾ ਲਿਆ ਕਰੋ। ਤੇ ਉਹ ਸਾਡਾ ਮਤਲਬ ਸਾਥੀ ਉੱਥੇ ਕੋਈ ਸੀਗੇ, ਤੇ ਉਹ ਕਹਿ ਰਹੇ ਨਹੀਂ ਯਾਰ ਤੁਸੀਂ ਤਾਂ ਐਵੇਂ ਇਦਾਂ ਗੱਲਾਂ ਮਾਰਦੇ ਰਹਿੰਦੇ, ਜੋ ਹੋਣਾ ਉਹੀ ਹੋਣਾ ਆ। ਤੇ ਉਹ ਮਤਲਬ ਉਹਨੇ ਗੱਲ ਤਾਂ ਉਦੋਂ ਨਹੀਂ ਸੁਣੀ, ਪਰ ਅਸੀਂ ਇਹ ਵੀ ਕਿਹਾ ਕਿ ਜੇ ਤੁਹਾਡਾ ਡਾਕਟਰ ਤੁਹਾਨੂੰ ਕੋਈ ਚਿੱਠੀ ਵਗੈਰਾ ਨਹੀਂ ਦਿੰਦਾ ਹਸਪੀਟਲ ਚੈੱਕ ਕਰਾਉਣ ਲਈ, ਸਾਨੂੰ ਦੱਸ ਦਿਓ, ਅਸੀਂ ਸੁਸਾਇਟੀ ਵੱਲੋਂ ਉਹਨਾਂ ਨੂੰ ਕਹਿ ਦਿਆਂਗੇ। ਪਰ ਮੈਨੂੰ ਉਹ ਵਿਅਕਤੀ ਜਿਹਨੇ ਗੱਲ ਸੁਣੀ ਉਦੋਂ ਤਾਂ ਉਹਨੇ ਨੋਟਿਸ ਨਹੀਂ ਲਿਆ। ਉਹ 4 ਮਹੀਨੇ ਬਾਅਦ ਮਿਲਿਆ ਤੇ ਉਹਨਾਂ ਨੇ ਮੈਨੂੰ ਕਹਿ ਰਿਹਾ ਕਿ ਵੀ ਤੁਸੀਂ ਮੇਰੀ ਮਤਲਬ ਜਾਨ ਬਚਾ ਲਈ, ਤੁਸੀਂ ਮੇਰੀ ਜਾਨ ਬਚਾ ਲਈ। ਤੇ ਅਸੀਂ ਕਿਹਾ ਕਿਵੇਂ? ਉਹ ਕਹਿੰਦਾ ਕਿ ਮੈਂ ਡਾਕਟਰ ਦੇ ਗਿਆ ਤੇ ਚਿੱਠੀ ਨਾ ਦੇਵੇ, ਤੁਹਾਡਾ ਨਾਂ ਲਿਆ, ਚਿੱਠੀ ਮਿਲ ਗਈ। ਤੇ ਜਦੋਂ ਮੈਂ ਹਸਪੀਟਲ ਗਿਆ ਤੇ ਕਹਿੰਦਾ ਜਿਹੜਾ ਮੇਰਾ ਕੋਲੇਸਟ੍ਰੋਲ ਸੀ 11.4 ਸੀਗਾ, ਤੇ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਹਾਰਟ ਅਟੈਕ, ਸਟ੍ਰੋਕ ਤੇ ਕਿੱਥੋਂ ਤੱਕ ਕੀ ਹੋ ਸਕਦਾ। ਤੇ ਉਹਨੇ ਕਿਹਾ ਕਿ ਤੁਸੀਂ ਮੇਰੀ ਜਾਨ ਬਚਾਈ ਹੈ। ਇਸ ਤਰ੍ਹਾਂ ਹੋਰ ਵੀ ਇਸ ਤਰ੍ਹਾਂ ਹੋਇਆ, ਪਰ ਸਾਡੇ ਕੋਲ ਟਾਈਮ ਦੀ ਤੁਸੀਂ ਜਿਵੇਂ ਕਿਹਾ ਹੈ ਕਿ ਵਜ੍ਹਾ ਕਰਕੇ ਅਸੀਂ ਉਹਨੂੰ ਹੋਰ ਨਹੀਂ ਖੋਲ ਸਕਦੇ। ਪਿਆਰੇ ਦਰਸ਼ਕੋ, ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਉਹ ਤਕਰੀਬਨ ਖਤਮ ਹੋ ਗਿਆ। ਕੁਝ ਸੈਕਿੰਡ ਬਾਕੀ ਆ। ਮੈਂ ਆਪਣੇ ਦੋਵੇਂ ਸਾਥੀਆਂ ਦਾ, ਦੋਵੇਂ ਨੁਮਾਇੰਦਿਆਂ ਦਾ, ਸੁਸਾਇਟੀ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਾ। ਅਗਲੇ ਹਫਤੇ ਅਸੀਂ ਇੱਕ ਵੱਖਰੇ ਟੌਪਿਕ ਤੇ ਲੈ ਕੇ ਜਿਹੜੀ ਹੈਗੀ ਆ ਉਹਦੇ ਤੇ ਗੱਲਬਾਤ ਕਰਾਂਗੇ। ਉਹਦੇ ਤੇ ਸੁਸਾਇਟੀ ਦੇ ਜਿਹੜੇ ਨੁਮਾਇੰਦੇ ਹੈਗੇ ਉਹਨਾਂ ਦੀ ਵਿਚਾਰ ਜਾਣਨ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ, ਤੁਹਾਡੇ ਨਾਲ ਸਾਂਝ ਪਾਵਾਂਗੇ। ਸਾਡੇ ਨਾਲ ਅਗਲੇ ਹਫਤੇ ਤੁਸੀਂ ਫਿਰ ਜ਼ਰੂਰ ਜੁੜਨਾ, ਅਗਰ ਤੁਸੀਂ ਜੁੜ ਸਕਦੇ ਹੋਏ। ਤਦ ਤੱਕ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਆਪਣਾ ਧਿਆਨ ਰੱਖਿਓ। ਧੰਨਵਾਦ।